ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਹਉ ਮੈਂ ਮੈਲ ਨਾ ਚੁਕਈ, ਨਾਮ ਨਾ ਲੱਗੈ ਪਿਆਰ। ਇਕ ਆਪੇ ਬਖਸ਼ ਮਿਲਾਇਆ ਨਾ, ਦੁਬਿਧਾ ਤਜ ਵਿਕਾਰ। ਨਾਨਕ ਇਕ ਦਰਸ਼ਨ ਦੇਖ ਮਰ ਮਿਲੇ, ਸਤਿਗੁਰ ਹੇਤ ਪਿਆਰ। ਇਕ ਆਪੇ ਬਖਸ਼ ਮਿਲਾਇਆ ਨਾ, ਦੁਬਿਧਾ ਤਜ ਵਿਕਾਰ। ਨਾਨਕ ਇਕ ਦਰਸ਼ਨ ਦੇਖ ਮਰ ਮਿਲੇ, ਸਤਿਗੁਰ ਹੇਤ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਪਿਆਰ ਤੇ ਭਾਣੇ ਵਿੱਚ ਸੰਪੂਰਨ ਰਹਿਣ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਵੀ ਅੰਮ੍ਰਿਤ ਵੇਲੇ ਸਾਹਿਬ ਦੀ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ। ਅੱਜ ਵੀ ਮਹਾਰਾਜ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜੇ ਸਾਡਾ ਕਿਤੇ ਮਨ ਟਿਕ ਜਾਏ, ਵਿਸ਼ਵਾਸ ਵੱਧ ਜਾਏ, ਜਿਵੇਂ ਕੱਲ੍ਹ ਕਹਿ ਰਹੇ ਸਨ, ਔਖੀ ਘੜੀ ਨਾ ਦੇਖਣ ਦੇਈ। ਕਿਸ ਤਰ੍ਹਾਂ ਬਚਾ ਲੈਂਦਾ ਹੈ? ਔਖੀ ਘੜੀ ਤੋਂ ਕਿਵੇਂ ਬਚਾ ਲੈਂਦੇ ਨੇ? ਕਹਿਣ ਲੱਗੇ ਆਪਣੇ ਚਰਣੀ ਲਾ ਕੇ। ਗੁਰਪੁਰ ਹੈ, ਚਰਣੀ ਲਾਇਆ ਹਰ ਸੰਗ ਸਹਾਈ ਪਾਇਆ।
ਜਹ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਜਿਹਨੂੰ ਬਚਾਉਣਾ ਹੁੰਦਾ ਆਪਣੀ ਚਰਣੀ ਲਾ ਲੈਂਦੇ। ਜਿਵੇਂ ਅਸੀਂ ਕਿਸੇ ਛੋਟੇ ਜਿਹੇ ਬਾਲਕੇ ਨੂੰ ਬਾਹਰ ਦੀ ਪੈਂਦੀ ਹੋਈ ਬਰਸਾਤ ਤੋਂ ਜਾਂ ਬਾਹਰ ਦੀ ਗਰਮੀ ਤੋਂ, ਲੋ ਤੋਂ ਬਚਾਉਣਾ ਹੁੰਦਾ ਤਾਂ ਅਸੀਂ ਆਪਣੇ ਸਰੀਰ ਦਾ ਓਹਲਾ ਦਿੰਦੇ ਹਾਂ। ਸਾਡੇ ਕੋਲ ਜੋ ਬੁੱਕਲ ਹੁੰਦੀ ਹੈ ਅਸੀਂ ਉਹਦੇ ਵਿੱਚ ਉਸ ਨੂੰ ਲੈ ਲੈਂਦੇ ਹਾਂ। ਉਹ ਬਾਲਕਾ ਗਰਮੀ ਲੋ ਤੋਂ ਬਚ ਜਾਂਦਾ ਹੈ, ਸਰਦ ਠੰਡੇ ਠੱਕੇ ਹਵਾ ਤੋਂ ਬਚ ਜਾਂਦਾ ਹੈ, ਮੀਂਹ ਪੈਂਦਾ ਤਾਂ ਉਹ ਤੋਂ ਬਚ ਜਾਂਦਾ ਹੈ। ਪਰ ਬਾਹਰ ਜੋ ਵੀ ਕੁਛ ਹੈ ਉਹ ਤੋਂ ਬੜਾ ਬਚਾਅ ਹੋ ਜਾਂਦਾ ਹੈ। ਪਰ ਉਦੋਂ ਹੀ ਬਚਾਅ ਹੁੰਦਾ ਜਦੋਂ ਅਸੀਂ ਆਪਣੇ ਬੱਚੇ ਨੂੰ ਆਪਣੀ ਬੁੱਕਲ 'ਚ ਲੈ ਲੈਂਦੇ ਹੋ, ਇਸ ਤੋਂ ਬਿਨਾਂ ਨਹੀਂ। ਜੇ ਬਹੁਤ ਪਿਆਰ ਕਰਦੇ ਹੋਈਏ ਪਰ ਅਸੀਂ ਦੂਰੀ ਬਣਾ ਕੇ ਰੱਖੀਏ ਤਾਂ ਉਹਦਾ ਵਿਚਾਰੇ ਦਾ ਬਚਾਅ ਨਹੀਂ ਹੋ ਪਾਉਂਦਾ। ਇਸੇ ਤਰ੍ਹਾਂ ਜਿਹੜੇ ਗੁਰੂ ਚਰਨਾਂ ਨਾਲ ਅਤੇ ਗੁਰੂ ਚਰਨ ਦਾ ਭਾਵ ਸ਼ਬਦ ਨਾਲ ਜੁੜ ਜਾਂਦੇ ਨੇ। ਦੂਜੀ ਗੱਲ ਹੈ ਜਿਨ੍ਹਾਂ ਨੂੰ ਜੋੜ ਲੈਂਦੇ ਨੇ। ਜੁੜਨ ਨੂੰ ਤਾਂ ਸਾਰੇ ਲੋਚਦੇ ਆ। ਜਿਤਨੇ ਵੀ ਅਸੀਂ ਤੁਸੀਂ ਪਾਵਨ ਦਰਬਾਰਾਂ ਦੀਆਂ ਹਾਜ਼ਰੀਆਂ ਭਰਦੇ ਹਾਂ, ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਥੋੜ੍ਹੀ ਬਹੁਤੀ ਜਿਨ੍ਹਾਂ ਨੂੰ ਸਮਝ ਆਏ ਸਾਰੇ ਜੁੜਨਾ ਲੋੜਦੇ ਨੇ। ਪਰ ਫਿਰ ਵੀ ਕਦੇ ਕਦੇ ਲੱਗਦਾ ਵੀ ਨਹੀਂ ਅਜੇ ਦੂਰੀ ਬਾਕੀ ਹੈ। ਫਿਰ ਉੱਥੇ ਇੱਕ ਗੱਲ ਬਾਕੀ ਹੁੰਦੀ ਹੈ, ਜਦੋਂ ਆਪ ਮਿਲਾਏਗਾ, ਆਪ ਜੋੜ ਲਏਗਾ, ਉਹ ਫਿਰ ਗੱਲ ਹੀ ਹੋਰ ਹੈ। ਅਸੀਂ ਸਾਰੇ ਜਿਤਨੇ ਵੀ ਦਰ 'ਤੇ ਆਏ ਹਾਂ, ਜਿਹੜੇ ਸਾਡੇ ਤੋਂ ਪਹਿਲਾਂ ਅੰਮ੍ਰਿਤ ਵੇਲੇ ਤੋਂ ਆਏ ਨੇ, ਜਿਨ੍ਹਾਂ ਦੇਰ ਰਾਤ ਤੱਕ ਆਉਣਾ ਹੈ, ਆਪਣੇ ਤਰੀਕੇ ਨਾਲ ਹੋ ਸਕਦਾ ਸਾਡੇ ਥੋੜ੍ਹੇ ਬਹੁਤੇ ਰੰਗ ਢੰਗ ਅਲੱਗ-ਅਲੱਗ ਹੋਣ, ਸੁਭਾਵਿਕ ਹੈ। ਪਰ ਸਾਡੇ ਸਾਰਿਆਂ ਦੀ ਇੱਕੋ ਖਵਾਹਿਸ਼ ਹੈ ਕਿ ਸਾਨੂੰ ਗੁਰੂਦੇਵ ਦੀ ਬਖਸ਼ਿਸ਼ ਮਿਲੇ, ਉਹ ਨਿੱਘ ਮਿਲੇ ਜਿੱਥੇ ਜਾ ਕੇ ਆਨੰਦ ਮਿਲਦਾ ਹੈ। ਉਹਦੀ ਇੱਕ ਜੁਗਤ ਹੈ ਗੁਰਚਰਨਾਂ ਨਾਲ ਜੁੜਦੀ ਹੈ, ਅਤੇ ਗੁਰਚਰਨਾਂ ਨਾਲ ਜੁੜਨ ਦੀ ਜ਼ੋਰ ਨਹੀਂ ਗਾ। ਅੱਜ ਦਾ ਜੋ ਪਾਵਨ ਬਚਨ ਸਾਨੂੰ ਵਿਚਾਰ ਗੋਚਰਾ ਮਿਲਿਆ ਇਸੇ ਦੀ ਵਿਆਖਿਆਵਾਂ ਦੇ ਵਿੱਚ ਹੈ। ਕਿਉਂਕਿ ਗੁਰੂ ਦੇ ਪੱਖ ਨੂੰ ਸਮਝਣ ਵਾਸਤੇ ਸਾਨੂੰ ਆਪਣੇ ਪੱਖਾਂ ਤੋਂ ਕਈ ਗੁਣਾ ਉੱਚਾ ਉੱਠਣਾ ਪੈਣਾ ਹੈ। ਇਹ ਤਾਂ ਦ੍ਰਿਸ਼ਟਾਂਤ ਮਾਤਰ ਹੈ ਕਿ ਅਸੀਂ ਆਪਣੇ ਬੱਚੇ ਨੂੰ ਆਪਣੇ ਬੁੱਕਲ 'ਚ ਲੈ ਲੈਨੇ ਅਤੇ ਬਚ ਜਾਂਦਾ ਹੈ। ਪਰ ਗੁਰੂ ਦੀ ਬੁੱਕਲ ਵਿੱਚ ਆਉਣ ਵਾਸਤੇ ਤਾਂ ਬਹੁਤ ਉੱਚਾ ਮੰਡਲ ਹੋਏਗਾ ਨਾ, ਕਿਉਂਕਿ ਅਸੀਂ ਵੀ ਦਿਸਦੇ ਹਾਂ ਅਤੇ ਬੱਚਾ ਵੀ ਦਿਸਦਾ ਹੈ। ਪਰ ਸਾਨੂੰ ਸਾਡਾ ਗੁਰੂ ਦਿਸਦਾ ਤੇ ਨਹੀਂ ਨਾ। ਇਹੀ ਤਾਂ ਮੁਸ਼ਕਿਲਾਤ ਹੈ, ਇਹੀ ਤਾਂ ਔਖਾ ਹੈ ਕਿ ਗੁਰੂ ਦਿਸ ਨਹੀਂ ਰਹੇ। ਫਿਰ ਇੱਥੇ ਲੋਕ ਕਹਿਣ ਲੱਗ ਪਏ ਨੇ ਗੁਰੂ ਹੈਗੇ ਕਿੱਥੇ ਨੇ, ਪਤਾ ਨਹੀਂ। ਇਹਦਾ ਮਤਲਬ ਸਾਨੂੰ ਸਮਝਣਾ ਪੈਣਾ ਹੈ। ਸਾਡੇ ਗਿਆਨੀ ਜਿਹੜੇ ਵਡੇਰੇ ਸੰਤ ਗੁਰਮੁਖ ਭਗਤ ਹੋਏ ਨੇ, ਅਸੀਂ ਕੋਈ ਵੀ ਨਾਂ ਲੈ ਲਈਏ ਉਹਨਾਂ ਦਾ, ਗੁਰਮੁਖ ਕਹਿ ਦਿਓ, ਗਿਆਨੀ ਕਹਿ ਲਓ, ਭਗਤ ਕਹਿ ਲਓ, ਸੰਤ ਕਹਿ ਲਓ, ਜੋ ਮਰਜ਼ੀ ਕਹਿ ਲਓ ਉਹਨਾਂ ਨੂੰ, ਜਿਹੜੇ ਗੁਰੂ ਕੇ ਪਿਆਰੇ ਹੋਏ ਨੇ, ਜਿਨ੍ਹਾਂ ਨੇ ਗੁਰੂ ਕੇ ਸ਼ਬਦ ਨੂੰ, ਗੁਰੂ ਕੇ ਪਿਆਰ ਨੂੰ ਮਾਣਿਆ ਹੈ, ਉਹ ਕਹਿੰਦੇ ਨੇ ਗੁਰੂ ਹੈ। ਗੁਰੂ ਨਾਨਕ ਵੀ ਕਹਿੰਦੇ ਨੇ ਹੈ ਤੂੰ ਹੋਵਨਹਾਰ ਹੈ। ਉਹ ਕਹਿੰਦੇ ਨੇ ਬਹੁਤ ਨੇੜੇ ਹੈ। ਕੱਲ੍ਹ ਵੀ ਅਸੀਂ ਇਸੇ ਗੱਲ ਨੂੰ ਆਚ ਰਹੇ ਸਾਂ, ਸਾਨੂੰ ਦੱਸਿਆ ਜਾ ਰਿਹਾ ਸੀ ਵੀ ਉਹ ਤੇ ਹਿਰਦੇ ਦੇ ਘਰ ਵਿੱਚ ਹੀ ਹੈ। ਫਿਰ ਸਾਨੂੰ ਕਿਉਂ ਨਹੀਂ ਸਮਝ ਆ ਰਹੀ ਕਿ ਉਹਦਾ ਮਤਲਬ ਸਾਡੇ ਨੇਤਰ ਜਿਹੜੇ ਗਿਆਨ ਦੇ ਚਾਹੀਦੇ ਸੀ ਉਹ ਬੰਦ ਨੇ। ਜਿਵੇਂ ਅੰਧਲੇ ਵਿਅਕਤੀ ਦੇ ਕੋਲ ਜਾ ਕੇ ਖੜ੍ਹ ਜਾਓ, ਉਹਨੂੰ ਨਹੀਂ ਪਤਾ ਲੱਗਦਾ ਵੀ ਕੌਣ ਆਇਆ ਕੌਣ ਨਹੀਂ। ਉਹਨੂੰ ਨਾ ਰੰਗਾਂ ਦਾ ਪਤਾ ਲੱਗਦਾ ਅਤੇ ਨਾ ਇਮਾਰਤਾਂ ਦਾ ਪਤਾ ਲੱਗਦਾ। ਬਸ ਕੋਈ ਛੂਹ ਲਵੇ ਜਾਂ ਬੋਲ ਲਵੇ ਅਤੇ ਤਦ ਤੇ ਗੱਲ ਬਣਦੀ ਹੈ। ਜੇ ਬਿਨਾਂ ਛੂਹਿਆਂ ਅਤੇ ਬਿਨਾਂ ਬੋਲਿਆਂ ਤੁਹਾਨੂੰ ਕੁਛ ਨਹੀਂ ਪਤਾ ਲੱਗਦਾ, ਕਿਉਂਕਿ ਉਹਦੇ ਵਾਸਤੇ ਦੁਨੀਆ ਨਹੀਂ ਹੈ। ਜਿਹਦੇ ਨੇਤਰਹੀਨ ਵਿਅਕਤੀ ਵਾਸਤੇ ਦੁਨੀਆ ਨਹੀਂ ਹੈ। ਆ ਰੰਗ ਤਮਾਸ਼ੇ ਨਹੀਂ, ਪ੍ਰਕਿਰਤੀ ਦੇ ਰੰਗ ਸੁੰਦਰਤਾਵਾਂ ਉਹਦੇ ਵਾਸਤੇ ਨਹੀਂ ਗਈਆਂ। ਜਿਤਨੇ ਕੁਦਰਤ ਦੇ ਰੰਗ ਨੇ ਉਸ ਅੰਧਲੇ ਵਿਅਕਤੀ ਵਾਸਤੇ ਨਹੀਂ ਗਏ। ਇਸੇ ਤਰ੍ਹਾਂ ਰੂਹਾਨੀਅਤ ਦੇ ਜਿਤਨੇ ਰੰਗ ਨੇ ਅਜੇ ਸਾਡੇ ਲਈ ਨਹੀਂ ਗਏ, ਅਜੇ ਨਹੀਂ ਗਏ। ਸੰਭਾਵਨਾ ਹੈ ਕਿ ਸਾਡੇ ਨੇਤਰ ਖੁੱਲ੍ਹ ਜਾਣਗੇ ਅਤੇ ਫਿਰ ਸਾਨੂੰ ਕਰਤਾਰ ਦੇ ਰੰਗ ਨਜ਼ਰ ਆਉਣਗੇ। ਕਦੇ ਕਦੇ ਪੁਰਾਣੀਆਂ ਜਨਮ ਸਾਖੀਆਂ ਪੜ੍ਹਦੇ ਸਾਂ, ਜਦੋਂ ਆਪ ਨੂੰ ਤਾਂ ਯਾਦ ਹੋਵੇਗਾ, ਜਦੋਂ ਘਰਾਂ 'ਚ ਬਹਿ ਕੇ ਲੋਕ ਜਨਮ ਸਾਖੀ ਪੜ੍ਹਦੇ ਸਨ, ਉਦੋਂ ਇੱਕ ਬਚਨ ਜਨਮ ਸਾਖੀ 'ਚ ਮਿਲਦਾ ਸੀ, ਵੇਖ ਭਾਈ ਬਾਲਿਆ ਰੰਗ ਕਰਤਾਰ ਦੇ।
ਕਰਤਾਰ ਦੇ ਰੰਗ ਵੇਖ, ਤੇ ਕਰਤਾਰ ਦੇ ਰੰਗ ਆ ਨੀਲੇ ਕਾਲੇ ਪੀਲੇ ਸਤਰੰਗੇ ਨਹੀਂ ਗੇ। ਠੀਕ ਹੈ, ਇਹ ਰੰਗ ਉਹਦੇ ਬਣਾਏ ਨੇ, ਪਰ ਇਹ ਰੰਗ ਉਹਦੇ ਨਹੀਂ, ਉਹਦੇ ਰੰਗ ਹੋਰ ਹੀ ਨੇ। ਉਹ ਕਦੇ ਗਰੀਬਾਂ 'ਚ ਹੱਸਦਾ ਹੈ ਤੇ ਕਦੇ ਅਮੀਰਾਂ 'ਚ ਬਿਰਕਦਾ ਹੈ। ਉਹ ਕਦੇ ਰੋਗੀਆਂ ਦੇ ਵਿੱਚ ਵੀ ਹੁੰਦਾ ਹੈ ਤੇ ਕਦੇ ਤਾਮੀਰਦਾਰਾਂ ਦੇ ਵਿੱਚ ਵੀ ਹੁੰਦਾ ਹੈ। ਉਹ ਹਰ ਥਾਂ 'ਤੇ ਆਪਣੇ ਰੰਗ ਬਿਖੇਰ ਰਿਹਾ ਹੁੰਦਾ ਹੈ। ਇਹੀ ਗੱਲਾਂ ਨੂੰ ਸਾਨੂੰ ਹੌਲੀ ਹੌਲੀ ਸਮਝਣ ਦੀ ਜ਼ਰੂਰਤ ਹੈ। ਅੱਜ ਦਾ ਪਿਆਰਾ ਜਿਹਾ ਬਚਨ ਮਹਾਰਾਜ ਹੈ ਇਸੇ ਗੱਲ ਦੀ ਵਿਆਖਿਆ ਕਹਿੰਦਾ ਹੈ, ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ। ਗੁਰੂਦੇਵ ਨੂੰ, ਸਤਿਗੁਰੂ ਸਰੂਪ ਨੂੰ ਤੇ ਸਾਰੇ ਦੇਖਦੇ ਨੇ ਔਰ ਦੇਖਦੇ ਆ ਰਹੇ ਨੇ। ਆਪਣੀ ਗੱਲ ਕਰ ਲਈਏ, ਅਸੀਂ ਕਿਸੇ ਦੂਜੀ ਫਿਲਾਸਫੀ ਦੀ ਗੱਲ ਨਾ ਕਰੀਏ, ਤੇ ਅਸੀਂ ਕਹਿ ਸਕਦੇ ਹਾਂ ਕਿ ਸੰਵਤ 1526 ਜਦੋਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਜਿਸ ਦਿਨ ਤੋਂ ਈਸਵੀ ਸੰਵਤ 1469 ਕਹਿੰਦੇ ਨੇ, ਉਸ ਦਿਨ ਤੋਂ ਹੀ ਤਾਂ ਦੇਖਦੇ ਆ ਰਹੇ ਦੁਨੀਆ। ਪਤਾ ਨਹੀਂ ਕਿਤਨੇ ਕੁ ਜੀਆਂ ਨੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਤੋਂ ਲੈ ਕੇ ਪਾਤਸ਼ਾਹ ਦਸ਼ਮੇਸ਼ ਜੀ ਤੱਕ, ਸ਼੍ਰੀ ਨਨਕਾਣਾ ਸਾਹਿਬ ਜੀ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਦੀ ਲੰਮੇਰੀ ਇਹਦੋਂ ਲਗਭਗ 250 ਵਰ੍ਹਿਆਂ ਦੀ ਯਾਤਰਾ ਦੇ ਵਿੱਚ ਪਤਾ ਨਹੀਂ ਕਿਤਨੇ ਕੁ ਜੀਆਂ ਨੇ ਗੁਰੂ ਪਾਤਸ਼ਾਹਾਂ ਦੇ ਸਰੀਰਾਂ ਦੇ ਸਰੂਪਾਂ ਦੇ ਦਰਸ਼ਨ ਕੀਤੇ ਹੋਣਗੇ ਕਿ ਸਾਰੇ ਮੁਕਤ ਹੋ ਗਏ ਹੋਣਗੇ। ਮਸਲਾ ਤਾਂ ਇਹ ਹੈ ਕਿ ਜਿਨ੍ਹਾਂ ਨੇ ਦੇਖਿਆ ਇਸ 250 ਵਰ੍ਹਿਆਂ ਦੇ ਵਿੱਚ ਜਿਤਨੇ ਜੀਆਂ ਨੇ ਵੇਖਿਆ ਕਿ ਸਾਰੇ ਮੁਕਤ ਹੋ ਗਏ ਹੋਣਗੇ। ਸ਼ਰਧਾ ਦੇ ਨਾਲ ਅਸੀਂ ਕਹਿੰਦੇ ਹਾਂ ਕਿ ਭਾਗਾਂ ਵਾਲੇ ਸਨ, ਇਹ 'ਚ ਕੋਈ ਦੋ ਰਾਏ ਨਹੀਂ। ਉਹਨਾਂ ਦੇ ਭਾਗਾਂ ਦੇ ਵਿੱਚ ਸਤਿਗੁਰੂ ਦੇ ਦਰਸ਼ਨ ਸੀ, ਇਹ ਮੰਨ ਲਿਆ। ਇਹ ਤਾਂ ਅਕੱਟ ਸੱਚ ਹੈ ਕਿ ਭਾਗਾਂ ਤੋਂ ਬਿਨਾਂ ਕਿਸੇ ਦੇ ਨਾਲ ਵੀ ਮੇਲ ਮਿਲਾਪ ਨਹੀਂ ਹੁੰਦਾ, ਭਾਵੇਂ ਉਹ ਮਿੱਤਰਤਾ ਕਰਕੇ ਹੋਵੇ ਤੇ ਭਾਵੇਂ ਦੁਸ਼ਮਣੀ ਕਰਕੇ ਹੋਵੇ। ਇਹ ਭਾਗਾਂ ਦਾ ਹੀ ਖੇਡ ਹੁੰਦਾ ਹੈ, ਕਰਮਾਂ ਦਾ ਹੀ ਖੇਡ ਹੁੰਦਾ ਹੈ। ਸਾਡੇ ਸੱਜਣ ਤੇ ਸਾਡੇ ਮਿੱਤਰ ਤੇ ਸਾਡੇ ਦੁਸ਼ਮਣ, ਇਹ ਸਾਰੇ ਸਾਡੇ ਕਰਮਾਂ ਦੇ ਤੇ ਸਾਡੇ ਭਾਗਾਂ ਦੇ ਸੰਗੀ ਨੇ। ਅੱਜ ਜਿਤਨੇ ਸਾਡੇ ਭੈਣ ਭਰਾ ਨੇ ਨਾ, ਅਸੀਂ ਮੰਨਦੇ ਨੇ ਇਹ ਪੂਰਵ ਸੰਜੋਗੀ ਨੇ, ਤੇ ਜੇ ਭੈਣ ਭਰਾ ਪੂਰਵ ਸੰਜੋਗੀ ਨੇ ਤੇ ਸੱਜਣ ਮਿੱਤਰ ਵੀ ਤੇ ਪੂਰਵ ਸੰਜੋਗੀ ਨੇ ਨਾ। ਤੇ ਜਿਨ੍ਹਾਂ ਦੇ ਨਾਲ ਵੱਟ ਵਿਰੋਧ ਦੁਸ਼ਮਣੀ ਉਹ ਵੀ ਪੂਰਵ ਸੰਜੋਗੀ ਨੇ, ਪਰ ਸੰਜੋਗਾਂ ਦਾ ਪੱਖ ਦੂਸਰੇ ਪਾਸੇ, ਇਹਨਾਂ ਦੇ ਨਾਲ ਮਿੱਤਰਤਾ ਦਾ ਪੱਖ ਹੈ, ਉਹਨਾਂ ਦੇ ਨਾਲ ਦੁਸ਼ਮਣੀ ਦਾ ਪੱਖ ਹੈ ਕਿ ਸਭ ਸੰਜੋਗੀ। ਇਹਦਾ ਮਤਲਬ ਹੈ ਕਿ ਜਿੰਨੇ ਵੀ ਜੀ ਅਸਾਂ ਨੂੰ ਮਿਲਦੇ ਨੇ ਸਾਡੇ ਭਾਗਾਂ ਦੇ ਵਿੱਚ ਨੇ, ਸਾਡੇ ਸੰਜੋਗਾਂ ਦੇ ਵਿੱਚ ਨੇ। ਜਿਤਨੇ ਵੀ ਜੀਆਂ ਨੇ ਇਸ 250 ਵਰ੍ਹਿਆਂ ਦੇ ਦਰਮਿਆਨ ਸ਼੍ਰੀ ਨਨਕਾਣਾ ਸਾਹਿਬ ਜੀ ਕੀ ਪਾਵਨ ਧਰਤੀ ਤੋਂ ਲੈ ਕੇ ਸ਼੍ਰੀ ਹਜ਼ੂਰ ਸਾਹਿਬ ਤੱਕ ਦੀ ਲੰਮੇਰੀ ਯਾਤਰਾ ਦੇ ਵਿੱਚ ਜਿਤਨਿਆਂ ਵੀ ਜੀਆਂ ਨੇ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਦਰਸ਼ਨ ਕੀਤੇ, ਸਾਰਿਆਂ ਦੇ ਭਾਗਾਂ ਦੇ ਵਿੱਚ ਗੁਰੂ ਪਾਤਸ਼ਾਹ ਦੇ ਦਰਸ਼ਨ ਦਾ ਸੰਜੋਗ ਸੀ। ਇਹ ਗੱਲ ਤੇ ਦਾਰਸ਼ਨਿਕ ਵੀ ਹੈ ਤੇ ਸ਼ਾਸਤਰੀ ਗੱਲ ਹੈ, ਸੱਚ ਹੈ। ਅਗਲੀ ਗੱਲ ਹੈ ਕਿ ਇਹ ਸਾਰੇ ਦੇ ਸਾਰੇ ਜੀ ਮੁਕਤ ਹੋ ਗਏ। ਇੰਨੇ ਜੀਆਂ ਦਰਸ਼ਨ ਕੀਤੇ ਕਿ ਮੁਕਤ ਹੋ ਗਏ, ਇਹ ਗੱਲ ਵਿਚਾਰ ਗੋਚਰੇ ਆ। ਤੇ ਬਹੁਤੇ ਵਾਰੀ ਗਿਆਨ ਤੋਂ ਜਵਾਬ ਮਿਲੇਗਾ ਨਹੀਂ, ਐਸਾ ਤੇ ਨਜ਼ਰ ਨਹੀਂ ਆਉਂਦਾ। ਅਨੰਤ ਰੂਹਾਨੀਅਤ ਦੀ ਗੱਲਾਂ ਤੇ ਸਾਨੂੰ ਨਹੀਂ ਪਤਾ। ਉਹ ਤੇ ਕਰਤੇ ਕੀ ਕਰਤਾ ਜਾਣੇ, ਉਹ ਤੇ ਕਰਤੇ ਕੀਮਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ। ਉਹ ਤੇ ਆਪ ਹੀ ਜਾਣਦੇ ਨੇ ਵੀ ਕੀ ਕੀਤਾ ਤੇ ਕੀ ਹੋਇਆ ਤੇ ਕਿਉਂ ਹੋਇਆ। ਪਰ ਜਿਤਨਾ ਕੁ ਸਾਨੂੰ ਤੁਹਾਨੂੰ ਸਾਖੀਆਂ 'ਚੋਂ ਇਤਿਹਾਸ ਤੋਂ ਸਮਝ ਆਉਂਦਾ ਹੈ, ਉਹਦਾ ਰੰਗ ਰੂਪ ਕੁਝ ਹੋਰ ਹੈ। ਵੇਖਣ ਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੂੰ ਉਹ ਵੀ ਮਿਲੇ ਨੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਦਾ ਭਲਾ ਬੋਲਦੇ ਰਹੇ ਨੇ, ਜਿਹੜੇ ਗੁਰੂ ਨਾਨਕ ਜੀ ਨੂੰ ਕੁਰਾਈਆ ਕਹਿੰਦੇ ਰਹੇ ਨੇ। ਕੋਈ ਆਖੇ ਭੂਤਨਾ ਕਹਿੰਦਾ ਰਿਹਾ, ਕੋਈ ਆਖੇ ਬੇਤਾਲਾ ਕਹਿੰਦਾ ਰਿਹਾ। ਇਹ ਵੀ ਲੋਕ ਆਉਂਦੇ ਰਹੇ ਨੇ। ਇਸੇ ਤਰ੍ਹਾਂ ਦੂਸਰੀ ਪਾਤਸ਼ਾਹੀ ਸਾਹਿਬ ਜੀ ਨੂੰ ਖਡੂਰ ਸਾਹਿਬ ਛੱਡ ਕੇ ਜਾਣ ਲਈ ਕਹਿ ਦੇਣਾ ਵੀ ਸਾਡਾ ਪਿੰਡ ਖਾਲੀ ਕਰ ਦਿਓ, ਇਹ ਵੀ ਲੋਕ ਆਖਰ ਆਂਢ ਗੁਆਂਢ ਵਿੱਚ ਹੀ ਰਹਿੰਦੇ ਸਨ। ਜਿਹੜੇ ਖਡੂਰ ਸਾਹਿਬ ਦੀ ਸਾਖੀ ਨੂੰ ਪੜ੍ਹਦੇ ਨੇ ਜਾਂ ਉਸ ਇਲਾਕੇ ਦੇ ਵਾਕਫ ਨੇ, ਉਹਨੂੰ ਪਤਾ ਹੋਏਗਾ ਕਿ ਖਡੂਰ ਸਾਹਿਬ ਦੇ ਲੋਕਾਂ ਨੇ ਹੀ ਇੱਕ ਵਾਰ ਗੁਰੂ ਅੰਗਦ ਦੇਵ ਜੀ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਗ੍ਰਸਤੀ ਹੋ ਤੇ ਗੁਰੂ ਬਣ ਗਏ ਹੋ, ਇਸ ਕਰਕੇ ਸਾਡੇ ਇਲਾਕੇ 'ਚ ਮੀਂਹ ਨਹੀਂ ਪੈਂਦਾ, ਸਾਡਾ ਪਿੰਡ ਖਾਲੀ ਕਰਕੇ ਚਲੇ ਜਾਓ। ਤੇ ਗੁਰੂ ਮਹਾਰਾਜ ਜੀ ਆਪਣਾ ਘਰ ਵਾਸਤਾ ਰਸਤਾ ਛੱਡ ਕੇ ਬਾਹਰ ਚਲੇ ਗਏ ਸਨ।
ਔਰ ਬਾਅਦ ਵਿੱਚ ਅਜੇ ਬਾਬਾ ਅਮਰਦਾਸ ਸਾਹਿਬ ਜੀ ਸੇਵਾ ਕਰਦੇ ਸਨ ਅਤੇ ਉਹਨਾਂ ਤਪੇ ਦੀ ਸੁਧਾਈ ਕੀਤੀ ਅਤੇ ਫਿਰ ਲੋਕਾਂ ਨੂੰ ਪਤਾ ਲੱਗਾ ਵੀ ਨਹੀਂ ਕਾਰਨ ਤੇ ਕੁਝ ਹੋਰ ਹੈ। ਪਰ ਉਹ ਵੀ ਲੋਕਾਂ ਨੇ ਦੇਖਿਆ ਸੀ ਨਾ, ਉਹਨਾਂ ਵੀ ਤੇ ਗੁਰੂ ਨੂੰ ਦੇਖਿਆ ਹੈ ਨਾ। ਇਹਦਾ ਮਤਲਬ ਹੈ ਕਿ ਨਹੀਂ, ਐਸਾ ਨਹੀਂ ਹੈ। ਜਿਹੜੇ ਗੁਰੂ ਨੂੰ ਦੇਖਦੇ ਨੇ ਕੇਵਲ ਦੇਖਣ ਮਾਤਰ ਦੇ ਨਾਲ ਕੁਛ ਨਹੀਂ ਹੁੰਦਾ, ਦੇਖਣ ਦੇ ਨਾਲ ਨਹੀਂ ਹੁੰਦਾ, ਦੇਖ ਕੇ ਵਿਚਾਰ ਦੇ ਨਾਲ ਹੁੰਦਾ ਹੈ। ਕਿਸ ਵਿਚਾਰ ਦੇ ਨਾਲ ਅਸੀਂ ਇੱਕ ਦੂਜੇ ਨੂੰ ਦੇਖਦੇ ਹਾਂ, ਭਾਵ ਤੇ ਉਹਦਾ ਹੁੰਦਾ ਹੈ ਨਾ। ਉਂਝ ਤੇ ਆਪਾਂ ਵੀ ਬਾਜ਼ਾਰ 'ਚ ਪਤਾ ਨਹੀਂ ਕਿਤਨੇ ਕੁ ਲੋਕਾਂ ਨੂੰ ਦੇਖਦੇ ਨੇ, ਸੜਕੇ ਤੁਰੇ ਜਾਂਦੇ, ਬਾਜ਼ਾਰਾਂ 'ਚ ਜਾਈਦੇ, ਹਜ਼ਾਰਾਂ ਦੀ ਭੀੜ ਹੁੰਦੀ ਹੈ, ਕਿਹਨੂੰ ਕਿਹਨੂੰ ਆਪਾਂ ਦੇਖ ਲੈਂਦੇ, ਕੌਣ ਸਾਨੂੰ ਦੇਖ ਕੀ ਪਤਾ ਲੱਗਦਾ। ਪਰ ਉਹਨਾਂ ਦੇ ਵਿੱਚੋਂ ਕਿਸੇ ਨੂੰ ਦੇਖ ਕੇ ਸਾਡੇ ਮਨ ਵਿੱਚ ਕਿਹੋ ਜਿਹੇ ਤੇ ਕੀ ਭਾਵ ਆਉਂਦੇ ਨੇ, ਉਹ ਸਾਨੂੰ ਪ੍ਰਭਾਵਿਤ ਕਰਦੇ ਨੇ। ਕੁਝ ਚਿਹਰੇ ਅਸੀਂ ਦੇਖਦੇ ਹਾਂ, ਬੋਲਦੇ ਕਦੇ ਨਹੀਂ ਉਹਨਾਂ ਦੇ ਨਾਲ, ਪਰ ਸਾਨੂੰ ਪ੍ਰਭਾਵਿਤ ਕਰ ਜਾਂਦੇ ਨੇ। ਔਰ ਕੁਝ ਚਿਹਰੇ ਐਸੇ ਨੇ ਕਿ ਸਾਰੀ ਉਮਰ ਲਈ ਯਾਦ ਹੋ ਜਾਂਦੇ ਨੇ। ਅਸੀਂ ਬਾਅਦ 'ਚ ਭੀੜਾਂ 'ਚ ਲੱਭਦੇ ਫਿਰਦੇ ਹਾਂ, ਪਰ ਦੁਬਾਰਾ ਚਿਹਰਾ ਮਿਲਦਾ ਨਹੀਂ। ਆਕਰਸ਼ਿਤ ਹੋ ਜਾਈਦਾ, ਪ੍ਰਭਾਵਿਤ ਹੋ ਜਾਈਦਾ। ਸਾਡੇ ਮਨ ਵਿੱਚ ਦੇਖਣ ਦੇ ਸਮੇਂ ਕਿਹੋ ਜਿਹੇ ਵਿਚਾਰ ਨੇ ਅਤੇ ਕਿਸ ਭਾਵਨਾ ਦੇ ਨਾਲ ਅਸੀਂ ਦੇਖਦੇ ਹਾਂ, ਮਾਇਨੇ ਉਹ ਰੱਖਦਾ ਹੈ। ਔਰ ਦਾਰਸ਼ਨਿਕ ਲੋਕ ਤੇ ਕਹਿੰਦੇ ਨੇ, ਦੇਖਣ ਦੇ ਸਮੇਂ ਸਾਡੇ ਮਨ ਵਿੱਚ ਜੋ ਭਾਵਨਾ ਹੁੰਦੀ ਹੈ, ਸਾਹਮਣੇ ਵਾਲੇ ਦਾ ਦਰਸ਼ਨ ਵੈਸਾ ਹੀ ਹੋ ਜਾਂਦਾ ਹੈ। ਕਿਸੇ ਵਾਸਤੇ ਕੀ ਹੋਏਗਾ, ਕਿਸੇ ਵਾਸਤੇ ਕੀ ਹੋਏਗਾ, ਉਹ ਇੱਕ ਹੀ ਹੈ, ਪਰ ਦੇਖਣ ਵਾਲਿਆਂ ਦੀ ਅਲੱਗ-ਅਲੱਗ ਭਾਵਨਾ ਦੇ ਮੁਤਾਬਕ ਉਹਦੇ ਅਲੱਗ-ਅਲੱਗ ਰੂਪ ਉਹਦੇ 'ਚੋਂ ਪ੍ਰਗਟ ਹੁੰਦੇ ਨੇ। ਔਰ ਇਹ ਅਸੀਂ ਕਈ ਵਾਰ ਗੱਲਾਂ ਬਾਤਾਂ 'ਚ ਵਾਚ ਵਿਚਾਰ ਚੁੱਕੇ ਹਾਂ ਕਿ ਅਸੀਂ ਉਹੋ ਹੀ ਹਾਂ। ਕਿਸੇ ਵਾਸਤੇ ਪੁੱਤਰ ਹਾਂ, ਕਿਸੇ ਵਾਸਤੇ ਪਿਤਾ ਹਾਂ, ਕਿਸੇ ਵਾਸਤੇ ਭਰਾ ਹਾਂ, ਕਿਸੇ ਵਾਸਤੇ ਕੁਝ ਮਿੱਤਰ ਹਾਂ। ਹੋ ਸਕਦਾ ਕੋਈ ਸਾਨੂੰ ਦੁਸ਼ਮਣ ਮਨ ਬੈਠਾ ਹੋਵੇ ਅਤੇ ਸਾਨੂੰ ਵੇਖਦਾ ਹੀ ਦੁਸ਼ਮਣ ਦਾ ਭਾਵ ਲੈ ਬੈਠਾ ਹੋਵੇ, ਅਤੇ ਕੋਈ ਮਿੱਤਰਤਾ ਦਾ ਭਾਵ ਲੈ ਬੈਠਾ ਹੋਵੇ। ਕੋਈ ਪ੍ਰੇਮ ਕਰਦਾ ਹੋਏਗਾ, ਕੋਈ ਨਫ਼ਰਤ ਕਰਦਾ ਹੋਏਗਾ। ਇਹ ਤਾਂ ਉਹਦੇ ਮਨ ਦੀ ਭਾਵ ਹੈ ਨਾ, ਉਹ ਕੀ ਰੱਖਦਾ ਅਗਲਾ। ਇਸੇ ਤਰ੍ਹਾਂ ਸਤਿਗੁਰੂ ਦੇ ਜਦੋਂ ਸਾਨੂੰ ਦਰਸ਼ਨ ਹੁੰਦੇ ਨੇ, ਉਦੋਂ ਸਤਿਗੁਰੂ ਦੇ ਦਰਸ਼ਨ ਦੇ ਸਮੇਂ ਸਾਡੇ ਭਾਵ ਕੈਸੇ ਨੇ ਅਤੇ ਅਸੀਂ ਕਿਸ ਭਾਵਨਾ ਦੇ ਨਾਲ ਉਦੋਂ ਦਰਸ਼ਨ ਕਰਦੇ ਹਾਂ, ਉਹ ਕੀਮਤੀ ਹੈ। ਮਹਾਰਾਜ ਨੇ ਅੱਜ ਕੋਈ ਜੁਗਤਾਂ ਸਾਡੇ ਨਾਲ ਖੋਲ੍ਹੀਆਂ ਨੇ, ਕਿਉਂਕਿ ਅਸੀਂ ਇੱਥੇ ਮਿਲਣ ਦੀ ਗੱਲ ਕਰਦੇ ਹਾਂ, ਮੁਕਤੀ ਦੀ ਗੱਲ ਕਰਦੇ ਹਾਂ, ਅਤੇ ਮਹਾਰਾਜ ਇੱਕ ਨੁਕਤੀ ਦੀ ਗੱਲ ਕਰਦੇ ਨੇ ਕਿ ਮੁਕਤ ਕਿਵੇਂ ਹੋਈਦਾ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ। ਇਹ ਤੇ ਸਪਸ਼ਟ ਪਹਿਲੀ ਗੱਲ ਹੋ ਗਈ ਨਾ। ਦੂਜੀ ਵੱਡੀ ਗੱਲ ਹੈ, ਡਿਠਾ ਮੁਕਤ ਨਾ ਹੋਵੇ। ਕੇਵਲ ਡਿਠਾ ਕਿਹਨਾਂ ਨੂੰ ਦੇਖਣ ਦੇ ਨਾਲ, ਕੇਵਲ ਦੇਖਣ ਦੇ ਨਾਲ ਹੀ ਮੁਕਤੀ ਨਹੀਂ ਮਿਲਦੀ। ਜਦ ਕਿ ਇੱਕ ਗੱਲ ਆਪਾਂ ਅਰਦਾਸ 'ਚ ਡਿਠਾ ਦੀ ਹੋਰ ਪੜ੍ਹਦੇ ਹੁੰਦੇ, ਕਿਤੇ ਆਪ ਨੂੰ ਧਿਆਨ ਹੋਵੇ। ਭਾਵਨਾ ਦਾ ਫਰਕ ਹੈ। ਜੇ ਭਾਵਨਾ ਕਰਕੇ ਦੇਖਿਆ ਜਾਏ ਤਾਂ ਦੇਖਣ ਦੇ ਨਾਲ ਹੀ ਫਰਕ ਪੈ ਜਾਂਦਾ। ਆਪਾਂ ਰੋਜ਼ ਕਹਿੰਦੇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠਾ ਸਭ ਦੁੱਖ ਜਾਏ। ਜਦੋਂ ਕੋਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਧਿਆਨ ਧਰ ਕੇ ਗੁਰੂ ਨੂੰ ਦੇਖਦਾ ਏ ਤੇ ਕਹਿੰਦੇ ਨੇ ਦੇਖਣ ਮਾਤਰ ਨੂੰ ਫਰਕ ਪੈਂਦਾ। ਇਸੇ ਕਰਕੇ ਦੇਖਣ ਦੇ ਵਿੱਚ ਹੀ ਫਰਕ ਹੈ, ਸਾਹਮਣੇ ਕੋਈ ਫਰਕ ਨਹੀਂ। ਕਹੋ ਤੇ ਜੋ ਹੈ ਸੋ ਹੈ ਹੀ। ਗੁਰੂ ਤੇ ਜੋ ਹੈਗੇ ਨੇ ਉਹ ਹੈਗੇ ਹੀ ਨੇ। ਸਾਡੀ ਦੇਖਣ ਦੀ ਨਜ਼ਰ ਕੈਸੀ ਹੈ, ਸਾਡੀ ਭਾਵਨਾ ਕੈਸੀ ਹੈ, ਸਾਡੀ ਅਵਸਥਾ ਕੈਸੀ ਹੈ, ਉਸੇ ਨੇ ਹੀ ਸਾਨੂੰ ਫਰਕ ਦੇਣਾ ਹੁੰਦਾ। ਕਹਿੰਦੇ ਡਿਠਾ ਮੁਕਤ ਨਾ ਹੋਵੇ, ਵੀ ਫਿਰ ਕਦੋਂ ਸਾਨੂੰ ਕਦੋਂ ਬਰਕਤ ਮਿਲੇਗੀ। ਕਹਿਣ ਲੱਗੇ ਜਿਚਰ ਸ਼ਬਦ ਨਾ ਕਰੇ ਵਿਚਾਰ। ਪਿਆਰਿਓ, ਜਿੰਨਾ ਚਿਰ ਤੁਸੀਂ ਸ਼ਬਦ ਦੀ ਵਿਚਾਰ ਨਹੀਂ ਕਰੋਗੇ, ਉਹਨਾਂ ਚਿਰ ਤੁਹਾਨੂੰ ਮੁਕਤੀ ਨਹੀਂ ਮਿਲੇਗੀ। ਕਹੋ ਕਿ ਅਸੀਂ ਦੇਖਦੇ ਹਾਂ, ਕੇਵਲ ਦੇਖਣ ਮਾਤਰ ਤਾਂ ਨਾ ਮੁਕਤੀ ਮਿਲ ਜਾਏਗੀ, ਨਹੀਂ ਭਾਈ, ਇਹ ਫਿਰ ਗੱਲ ਝੂਠੀ ਜੇ। ਕੀ ਕਰੀਏ? ਸ਼ਬਦ ਦੀ ਵਿਚਾਰ ਕਰੀਏ। ਅਸੀਂ ਤੁਸੀਂ ਸਧਾਰਨ ਦੇ ਜੀ ਹਾਂ। ਸ਼ਬਦ ਦੀ ਵਿਚਾਰ ਨੂੰ ਕਈ ਵਾਰ ਆਖਰੀ ਅਰਥ ਕਰਨਾ ਹੀ ਆਪਾਂ ਕਹਿੰਦੇ ਹਾਂ ਸ਼ਬਦ ਦੀ ਵਿਚਾਰ ਕਰਦੇ ਹਾਂ। ਅਸੀਂ ਕਈ ਵਾਰ ਦੇਖਿਆ ਹੋਣਾ, ਅਸੀਂ ਪੋਥੀ ਹੱਥ ਵਿੱਚ ਲੈਂਦੇ ਹਾਂ। ਅੱਜ ਵੀ ਹੁਣ ਤੁਹਾਡੇ ਸਕਰੀਨਾਂ ਲੱਗੀਆਂ ਨੇ, ਕੀਰਤਨ ਹੋ ਰਿਹਾ ਹੁੰਦਾ, ਕੀਰਤਨ ਦੇ ਨਾਲ ਥੱਲੇ ਤੁਕਾਂ ਦਾ ਅਰਥ ਲਿਖਿਆ ਹੁੰਦਾ। ਅਸੀਂ ਕਿਹਨ ਵਾਲਾ ਵਿਚਾਰ ਹੈ? ਨਹੀਂ ਭਾਈ, ਇਹ ਵਿਚਾਰ ਨਹੀਂ ਜੇ, ਇਹ ਅਰਥ ਹੈ। ਅਤੇ ਇਹਦੇ ਵਿੱਚ ਤੇ ਭੇਤ ਹੈ। ਕਿਸੇ ਨੇ ਕੋਈ ਅਰਥ ਕੀਤੇ ਨੇ, ਕਿਸੇ ਨੇ ਕੋਈ ਅਰਥ ਕੀਤੇ ਨੇ।
ਆ ਜਿੰਨੇ ਆਪ ਸਿਆਣੇ ਵਡੇਰੇ ਬੈਠੇ ਹੋ, ਆਪ ਨੂੰ ਪਤਾ ਹੋਵੇਗਾ ਸਭ ਤੋਂ ਪਹਿਲਾਂ ਗੁਰਬਾਣੀ ਦੇ ਇਸ ਤਰ੍ਹਾਂ ਵਾਰਤਕ ਅਰਥਾਂ ਦੀ ਪਰੰਪਰਾ ਮਿਹਰਬਾਨ ਤੋਂ ਆਰੰਭ ਹੁੰਦੀ ਹੈ, ਅਤੇ ਮਿਹਰਬਾਨ ਗੁਰੂ ਪੰਚਮ ਪਾਤਸ਼ਾਹ ਸਾਹਿਬ ਦੀ ਹਯਾਤੀ ਦੇ ਵਿੱਚ ਬੈਠੇ ਨੇ। ਉਹਨਾਂ ਦੀ ਜੋ ਸਾਖੀ ਪੋਥੀ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਤਿਸਕਾ ਪਰਮਾਰਥ ਕਹਿ ਕੇ ਸ਼ਬਦਾਂ ਦੀ ਵਾਰਤਕ ਅਰਥ ਕੀਤੇ, ਉਹਨੇ ਆਪਣੇ ਢੰਗ ਵਿੱਚ ਪਾ ਦਿੱਤੇ। ਉਹਨਾਂ ਤੋਂ ਵੱਡੇ ਪੱਧਰ 'ਤੇ ਬਾਅਦ ਜੋ ਸਾਡੇ ਜਿਹਨੂੰ ਆਪਾਂ ਟੀਕਾਕਾਰੀ ਕਹਿੰਦੇ ਹਾਂ, ਇਹ ਸਭ ਨੂੰ ਪਤਾ ਹੈ ਕਿ ਫਰੀਦਕੋਟੀਆਂ ਦਾ ਟੀਕਾ ਬੜਾ ਮਸ਼ਹੂਰ ਹੋਇਆ ਸੀ। ਫਰੀਦਕੋਟ ਦੀ ਰਿਆਸਤ ਦੇ ਰਾਜੇ ਨੇ ਬਹੁਤ ਸਾਰੇ ਵਕਤ ਦੇ ਨਿਰਮਲੇ ਅਤੇ ਉਦਾਸੀ ਉਸ ਵਕਤ ਜੋ ਵਿਦਵਾਨ ਹੁੰਦੇ ਸਨ, ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਟੀਕਾ ਕਰਵਾਇਆ ਸੀ। ਉਹਨੂੰ ਫਰੀਦਕੋਟੀਆ ਟੀਕਾ ਕਿਹਾ ਜਾਂਦਾ ਹੈ, ਜਿਹਦੇ ਉੱਤੇ ਪੌਰਾਣਿਕਤਾ ਦਾ ਬੜਾ ਵੱਡਾ ਪ੍ਰਭਾਵ ਨਜ਼ਰ ਆਉਂਦਾ ਹੈ। ਉਹਦਾ ਰੰਗ ਹੀ ਸਾਰਾ ਇੰਝ ਲੱਗਦਾ ਕਿ ਜਿਵੇਂ ਪੌਰਾਣਿਕ ਗਾਥਾਵਾਂ ਵਿਆਖਿਆ ਹੋ ਰਹੀਆਂ ਨੇ। ਫਿਰ ਹੌਲੀ ਹੌਲੀ ਸੰਪਰਦਾਇ ਟੀਕੇ ਸਾਡੇ ਸਾਹਮਣੇ ਆਏ, ਉਹਨਾਂ ਦੇ ਵਿੱਚ ਵੀ ਇਤਿਹਾਸ ਪੁਰਾਣ ਦਾ ਬੜਾ ਦਰਸ਼ਨ ਹੈ। ਫਿਰ ਉਹਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਅਤੇ ਭਾਈ ਵੀਰ ਸਿੰਘ ਜੀ ਆਏ, ਜਿਨ੍ਹਾਂ ਨੇ ਸਾਨੂੰ ਪੁਰਾਣਾਂ ਦੇ ਗਲਬੇ ਤੋਂ ਕੱਢ ਕੇ ਇੱਕ ਕਿਸੇ ਨਵੀਂ ਵਿਚਾਰ 'ਚ ਸਾਨੂੰ ਰਾਹ ਨਵਾਂ ਦਿੱਤਾ ਹੈ। ਔਰ ਅੱਜ ਆਪ ਦੇਖ ਰਹੇ ਹੋ ਇਹ ਬਹੁਤਾਤ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਕਾ ਲਿਖਿਆ ਹੋਇਆ ਦਰਪਣ ਹੈ। ਇਹਦੇ ਨਾਲ ਅੰਗਰੇਜ਼ੀ ਵਿੱਚ ਹਰਬੰਸ ਸਿੰਘ ਜੀ, ਮਨਮੋਹਨ ਸਿੰਘ ਜੀ ਅੰਗਰੇਜ਼ੀ ਵਿੱਚ ਲਿਖਦੇ ਨੇ। ਹੁਣ ਬਹੁਤ ਥਾਵਾਂ 'ਤੇ ਇੱਕੇ ਹੀ ਸਕਰੀਨ 'ਤੇ ਦੋ ਅਰਥ ਚੱਲ ਰਹੇ ਹੁੰਦੇ ਨੇ, ਇੱਕ ਦਰਪਣ ਦੇ ਮੁਤਾਬਕ ਹੁੰਦੇ ਨੇ, ਇੱਕ ਮਨਮੋਹਨ ਸਿੰਘ ਦੇ ਹੁੰਦੇ ਨੇ, ਅਤੇ ਦੋਨਾਂ ਦੇ ਵਿੱਚ ਸ਼ਬਦਾਂ ਦਾ ਅਤੇ ਕਿਤੇ ਕਿਤੇ ਭਾਵਾਂ ਦਾ ਵੀ ਅਰਥ ਫਰਕ ਪੈ ਜਾਂਦਾ ਹੈ। ਜਿਹੜੇ ਅੰਗਰੇਜ਼ੀ ਪੜ੍ਹਦੇ ਉਹਨੂੰ ਪਤਾ ਹੋਵੇਗਾ, ਉਹ ਮਨਮੋਹਨ ਸਿੰਘ ਦੇ ਅਰਥ ਪੜ੍ਹਦੇ ਨੇ, ਕੋਈ ਫਰਕ ਹੈ। ਉੱਥੇ ਹੀ ਭਾਈ ਵੀਰ ਸਿੰਘ ਸਾਹਿਬ ਦੇ ਕੁਝ ਮਾਈਨਰ ਦੇ ਭੇਤ ਨੇ, ਸਾਹਿਬ ਸਿੰਘ ਦੇ ਭੇਤ ਨੇ, ਪ੍ਰਿੰਸੀਪਲ ਸਤਬੀਰ ਸਿੰਘ ਦੇ ਭੇਤ ਨੇ। ਇਹ ਭੇਤ ਤੇ ਬਣੇ ਰਹਿਣੇ ਨੇ। ਔਰ ਅਗਾਂਹ ਅੱਜ ਕੱਲ੍ਹ ਸਭ ਤੋਂ ਨੇੜੇ ਅਸੀਂ ਦੇਖ ਰਹੇ ਹਾਂ ਗਿਆਨੀ ਹਰਬੰਸ ਸਿੰਘ ਜੀ ਜੋ ਪਟਿਆਲੇ ਵਾਲੇ, ਉਹਨਾਂ ਦੇ ਟੀਕਾ ਚੱਲ ਰਿਹਾ, ਉਹਦੇ ਵਿੱਚ ਹੋਰ ਮਾੜੇ ਜਿਹੇ ਭੇਤ ਨੇ। ਯਾਦ ਰੱਖਣਾ ਅਰਥ ਵਿਚਾਰ ਦੇ ਵਿੱਚ ਅਰਥ ਦੇ ਵਿੱਚ ਭੇਤ ਰਹੇਗਾ, ਕਿਉਂਕਿ ਸ਼ਬਦਾਂ ਦਾ ਭਾਸ਼ਾ ਵਿਗਿਆਨ ਦੇ ਮੁਤਾਬਕ ਨਵੇਂ ਨਵੇਂ ਅਰਥ ਬਣਦੇ ਰਹਿੰਦੇ ਨੇ। ਪੁਰਾਣੇ ਅਰਥ ਲੋਪ ਹੁੰਦੇ ਜਾਂਦੇ ਨੇ, ਨਵੇਂ ਅਰਥ ਬਦਲਦੇ ਰਹਿੰਦੇ ਨੇ, ਅਤੇ ਸ਼ਬਦਾਂ ਨੂੰ ਨਵੇਂ ਢੰਗ ਨਾਲ ਲੋਕ ਪੜ੍ਹਨ ਦੀ, ਸੁਣਨ ਦੀ, ਸਮਝਣ ਦੀ ਕੋਸ਼ਿਸ਼ ਨਿਰੰਤਰ ਜਾਰੀ ਰਹਿੰਦੀ ਹੈ। ਇਸ ਕਰਕੇ ਪਰਤਾਂ ਨਿਤ ਖੁੱਲ੍ਹਦੀਆਂ ਰਹਿਣੀਆਂ ਨੇ, ਔਰ ਕਾਵਿਆਤਮਕ ਪੱਖ ਦਾ ਹੀ ਭੇਤ ਹੁੰਦਾ ਹੈ ਕਿ ਹਰ ਰੋਜ਼ ਨਵਾਂ ਅਰਥ ਹੁੰਦਾ ਹੈ। ਪ੍ਰੋਫੈਸਰ ਪੂਰਨ ਸਿੰਘ ਸਾਹਿਬ ਜੀ ਦੇ ਬਾਬਤ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਵੀ ਜਪਜੀ ਸਾਹਿਬ ਕਾ ਟੀਕਾ ਵਾਰਤਕ ਲਿਖਣਾ ਆਰੰਭ ਕੀਤਾ ਸੀ। ਹਾਲਾਂਕਿ ਉਹਨਾਂ ਨੇ ਬਾਅਦ ਵਿੱਚ ਇੱਕ ਨਵਾਂ ਤਰੀਕਾ ਅਪਣਾਇਆ ਵੀ ਗੁਰਬਾਣੀ ਦਾ ਤਰਜਮਾ ਅੰਗਰੇਜ਼ੀ ਕਵਿਤਾ 'ਚ ਕੀਤਾ, ਔਰ ਬਹੁਤ ਬਿਹਤਰੀਨ ਤਰੀਕੇ ਨਾਲ ਕੀਤਾ। ਜਿਹਨਾਂ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਪੜ੍ਹਿਆ ਹੋਵੇ, ਜਿਹੜੇ ਬਿਹਤਰੀਨ ਤਰੀਕੇ ਨਾਲ ਅੰਗਰੇਜ਼ੀ ਪੜ੍ਹ ਸਕਦੇ ਹੋ, ਕਦੇ ਪੜ੍ਹਨਾ, ਉਹਨਾਂ ਦੇ ਅੰਗਰੇਜ਼ੀ ਦੀ ਪੁਸਤਕਾਂ ਹੁਣ ਤੇ ਪੰਜਾਬੀ ਤਰਜਮਾ ਕਰਕੇ ਫਿਰ ਦੁਬਾਰਾ ਮਿਲ ਗਿਆ, ਨਹੀਂ ਜੋ ਮੌਲਿਕ ਉਹਨਾਂ ਦਾ ਅੰਗਰੇਜ਼ੀ ਵਿੱਚ ਹੈ। ਜਿਹੜੇ ਪੜ੍ਹ ਸਕਦੇ ਨੇ ਬੱਚੇ ਪੜ੍ਹ ਕੇ ਦੇਖਣ, ਗੁਰਬਾਣੀ ਦੇ ਟੀਕੇ ਨੂੰ, ਗੁਰਬਾਣੀ ਦੇ ਭਾਵਾਂ ਨੂੰ ਅੰਗਰੇਜ਼ੀ 'ਚ ਲਿਖਿਆ। ਖੈਰ, ਵਾਰਤਕ ਲਿਖਣ ਲੱਗ ਪਏ। ਇੱਕ ਓਅੰਕਾਰ ਤੋਂ ਲਿਖਣਾ ਸ਼ੁਰੂ ਕੀਤਾ। 2-3 ਪੌੜੀ ਦਾ ਟੀਕਾ ਅਰਥ ਆਪਣੇ ਲਈ ਇੱਕ ਦਿਨ ਲਿਖੇ, ਵੀ ਕੱਲ੍ਹ ਦਫ਼ਤਰੋਂ ਆ ਕੇ ਫਿਰ ਲਿਖਾਂਗੇ। ਹੁਣ ਕੱਲ੍ਹ ਲਿਖਣ ਲਈ ਟੇਬਲ 'ਤੇ ਬੈਠੇ ਅਤੇ ਵੀ ਪੁਰਾਣੀ ਚੇਨ ਜੋੜਨ ਵਾਸਤੇ ਪੁਰਾਣੇ ਵਰਕੇ ਪੜ੍ਹੇ, ਪੌੜੀਆਂ ਪੜ੍ਹੀਆਂ, ਨਹੀਂ ਭੇਤ ਨਵੀਂ ਗੱਲ ਸਮਝ ਆ ਗਈ ਹੈ। ਪੁਰਾਣੇ ਵਰਕੇ ਪਰਾਂ ਕਰਤੇ, ਨਵੇਂ ਲਿਖ ਦਿੱਤੇ। ਅਗਲੇ ਦਿਨ ਫਿਰ ਨਵੇਂ ਲਿਖ ਦਿੱਤੇ। ਉਹ 2 ਪੌੜੀਆਂ ਦੇ ਅਰਥ ਹੀ ਲਿਖਦੇ ਹਰ ਰੋਜ਼ 2 ਦੇ ਲਿਖਣ, ਤੀਜੀ ਚੌਥੀ ਪੌੜੀ 'ਤੇ ਜਾ ਹੀ ਨਹੀਂ ਪਾਏ। ਮਹੀਨੇ ਕੁ ਬਾਅਦ ਸਾਰਾ ਪੁਲੰਦਾ ਚੁੱਕ ਕੇ ਸਾੜਤਾ, ਕਹਿਣ ਲੱਗੇ ਮੇਰੇ ਵਾਸਤੇ ਹੀ ਗੱਲ ਨਹੀਂ ਗੀ, ਕਿਉਂਕਿ ਗੁਰਬਾਣੀ ਦਾ ਅਰਥ ਨਿਤ ਨਵਾਂ ਹੀ ਸਮਝ ਆ ਜਾਂਦੀ ਹੈ। ਨਿਤ ਨਵਾਂ ਹੈ, ਨਿਤ ਨਵਾਂ ਭੇਤ ਖੁੱਲ੍ਹ ਜਾਂਦਾ ਹੈ, ਕਿਉਂਕਿ ਖੁਦ ਬਹੁਤ ਵੱਡੇ ਇੱਕ ਵਿਗਿਆਨਕ ਸਨ ਅਤੇ ਕੁਦਰਤ ਦੇ ਰੋਜ਼ ਨਵੇਂ ਭੇਤ ਲੱਭ ਜਾਂਦੇ ਸਨ। ਇਸ ਕਰਕੇ ਸਮਝ ਰੱਖੀਏ ਕਿ ਸਾਹਿਬ ਮੇਰਾ ਨੀਤ ਨਵਾਂ, ਆ ਇੱਕ ਫਰੇਮ ਬਣ ਗਏ ਸਾਡੇ ਉੱਤੇ ਵੀ ਗੁਰਬਾਣੀ ਦਾ ਇੱਕੋ ਹੀ ਅਰਥ ਹੈ। ਚੇਤਾ ਰੱਖਣਾ, ਇੱਕ ਅਰਥ ਇੱਕ ਲਈ ਹੁੰਦਾ ਜੇ, ਉਹਦੇ ਨਾਲ ਬੈਠੇ ਲਈ ਦੂਜਾ ਅਰਥ ਹੋ ਸਕਦਾ ਜੀ। ਜਿਵੇਂ ਇੱਕ ਵਿਅਕਤੀ ਦਾ ਇੱਕ ਅਨੁਭਵ ਹੈ, ਦੂਜੇ ਵਿਅਕਤੀ ਦਾ ਦੂਜਾ ਅਨੁਭਵ ਹੈ। ਆਪਾਂ ਕਦੇ ਕਦੇ ਘਰਾਂ 'ਚ ਵੇਖਿਆ, ਜਿਵੇਂ ਹੁਣ ਸਰਦੀ ਹੈ, ਬਜ਼ੁਰਗ ਵਿਅਕਤੀ ਤੇ ਕਹਿੰਦਾ ਭਾਈ ਇੱਕ ਰਜ਼ਾਈ ਹੋਰ ਪਾ ਦਿਓ, ਹੀਟਰ ਚਲਾ ਦਿਓ, ਆਹ ਕਰ ਦਿਓ, ਅਤੇ ਨਾਲ ਕੋਈ 20 ਸਾਲ ਦਾ ਨੌਜਵਾਨ ਬੈਠਾ ਹੁੰਦਾ ਤੇ ਕਹਿੰਦਾ ਰਜ਼ਾਈ ਪਰਾਂ ਕਰ ਦਿਓ। ਦੋਨਾਂ ਦਾ ਅਨੁਭਵ ਅਲੱਗ-ਅਲੱਗ ਹੈ। ਇੱਕ ਠੰਡ ਮੰਨਦਾ ਹੈ, ਇੱਕ ਠੰਡ ਨਹੀਂ ਮੰਨਦਾ। ਠੰਡ ਨਹੀਂ ਬਦਲੀ, ਉਹ ਟੈਂਪਰੇਚਰ ਉਤਨਾ ਹੀ ਹੈ। ਦੋਵਾਂ ਦੀ ਸਰੀਰਕ ਅਵਸਥਾ ਦਾ ਭੇਤ ਹੈ।
ਇਸੇ ਤਰ੍ਹਾਂ ਮਾਨਸਿਕ ਮੰਡਲ ਦੇ ਵਿੱਚ ਵੀ ਸਾਡੀਆਂ ਅਵਸਥਾਵਾਂ ਦਾ ਭੇਤ ਹੁੰਦਾ ਹੈ। ਇੱਕ ਨੂੰ ਕੀ ਸਮਝ ਆਉਂਦੀ ਹੈ, ਇੱਕ ਨੂੰ ਕੀ ਸਮਝ ਆਉਂਦੀ ਹੈ, ਇੱਕ ਨੂੰ ਕਿਤਨੀ ਗਹਿਰੀ ਵਿਚਾਰ ਸਮਝ ਆਉਂਦੀ ਹੈ, ਇੱਕ ਨੂੰ ਕਿਤਨੇ ਨਹੀਂ ਆਉਂਦੀ। ਕੀ ਕਰੀਏ, ਅਲੱਗ-ਅਲੱਗ ਹੈ ਭਾਈ, ਅਸੀਂ ਸਾਰੇ ਅਲੱਗ-ਅਲੱਗ ਹਾਂ। ਇਸ ਕਰਕੇ ਸ਼ਬਦ ਦਾ ਅਰਥ ਅਲੱਗ ਬਾਤ ਹੈ, ਉਹ ਜਾਣਕਾਰੀ ਨਾਲ ਸੰਬੰਧ ਰੱਖਦਾ ਹੈ, ਪਰ ਜੋ ਸ਼ਬਦ ਵਿਚਾਰ ਹੈ ਨਾ, ਉਹ ਜਾਣਕਾਰੀ ਤੋਂ ਅੱਗੇ ਲੈ ਜਾਂਦਾ ਹੈ। ਇਸੇ ਕਰਕੇ ਆਪ ਦੇ ਦੇਖਦੇ ਹੋ, ਸ਼ਾਇਦ ਆਪ ਦਾ ਤਜਰਬਾ ਨਹੀਂ ਤੇਗਾ, ਕੋਸ਼ਿਸ਼ ਕਰਨਾ ਰੋਜ਼ਾਨਾ ਸ਼੍ਰੀਮੁਖ ਵਾਕ ਆਪਾਂ ਵਾਚਦੇ ਹਾਂ। ਕੋਸ਼ਿਸ਼ ਹੁੰਦੀ ਕਿ ਆਪਾਂ ਸ਼ੁਰੂਆਤ ਸ਼੍ਰੀਮੁਖ ਵਾਕ ਤੋਂ ਕਰੀਏ। ਰੋਜ਼ ਪੜ੍ਹਦੇ ਹੋ, ਰੋਜ਼ ਪੜ੍ਹਨਾ, ਔਰ ਲਗਭਗ ਸ਼੍ਰੀਮੁਖ ਸਾਨੂੰ ਮਹੀਨੇ 'ਚ ਹਫ਼ਤੇ ਬਾਅਦ ਰਿਪੀਟ ਹੋ ਕੇ ਮਹੀਨੇ ਕੁ ਬਾਅਦ ਫਿਰ ਮਿਲ ਜਾਂਦਾ ਹੈ। ਪਿਛਲੇ ਹਫ਼ਤੇ ਉਹੀ ਮੁੱਖ ਵਾਕ ਮਿਲਿਆ, ਮੰਨ ਲਓ 2 ਹਫ਼ਤੇ ਬਾਅਦ ਫਿਰ ਉਹ ਮੁੱਖ ਵਾਕ ਮਿਲੇਗਾ ਕਿ ਸਾਡੀ ਮਾਨਸਿਕ ਦਸ਼ਾ ਪਿਛਲੇ ਹਫ਼ਤੇ ਵਾਲੀ ਹੋਵੇਗੀ? ਤੇ ਜਵਾਬ ਹੈ ਨਹੀਂ। ਅੱਜ ਉਹਦਾ ਵਿਚਾਰ ਸਾਨੂੰ ਕੋਈ ਨਵਾਂ ਲੱਗੇਗਾ। ਜੇ ਅਸੀਂ ਠਹਿਰ ਕੇ ਵਾਚਾਂਗੇ ਤਾਂ ਉਹਦਾ ਵਿਚਾਰ ਨਵਾਂ ਲੱਗੇਗਾ। ਜੇ ਲਗਾਤਾਰ 7 ਦਿਨ ਇੱਕੋ ਹੀ ਸ਼੍ਰੀਮੁਖ ਵਾਕ ਆਉਂਦਾ ਰਹੇ ਤੇ ਆਪ ਨੂੰ ਲੱਗੇਗਾ ਕਿ 7 ਦਿਨਾਂ 'ਚ ਨਵੇਂ ਤੋਂ ਨਵੇਂ ਵਿਚਾਰ ਮਿਲਦੇ ਗਏ ਨੇ, ਨਵੇਂ 7 ਵਿਚਾਰ ਮਿਲ ਗਏ ਨੇ। ਗੁਰੂ ਤੇ ਉਹੀ ਹੈ, ਪਰ ਵਿਚਾਰ ਨਿਤ ਨਵੇਂ ਦਿੰਦੇ ਨੇ। ਔਰ ਇਹੀ ਅਸਾਂ ਨੇ ਸਮਝਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ। ਅੱਖਰੀ ਅਰਥ 'ਤੇ ਬੈਠੇ ਬੈਠੇ ਆਪਾਂ ਆਪਣੇ ਡਿਵਾਈਸ ਖੋਲ੍ਹ ਕੇ ਜਦੋਂ ਮਰਜ਼ੀ ਪੜ੍ਹ ਲਵਾਂਗੇ। ਅੱਖਰੀ ਅਰਥ ਸਾਨੂੰ ਅੱਜ ਔਖੇ ਨਹੀਂ ਗੇ। ਅਸੀਂ ਜਿੱਥੇ ਮਰਜ਼ੀ ਬੈਠੇ ਆਪਣੇ ਮੋਬਾਈਲ ਦੇ ਡਿਵਾਈਸ ਨੂੰ ਖੋਲ੍ਹਦੇ ਹਾਂ, ਹਿੰਦੀ 'ਚ, ਅੰਗਰੇਜ਼ੀ 'ਚ, ਪੰਜਾਬੀ 'ਚ, ਹੋ ਸਕਦਾ ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਲੋਕ ਨਾ ਲਿਖ ਲਿਆ ਹੋਵੇ, ਬਹੁਤ ਕੁਝ ਮਿਲ ਜਾਂਦਾ। ਪਰ ਚੇਤਾ ਰੱਖਣਾ, ਵਿਚਾਰ ਕਿਸੇ ਭਾਸ਼ਾ ਵਿੱਚ ਨਹੀਂ ਜੇ ਹੁੰਦਾ। ਵਿਚਾਰ ਪ੍ਰੇਮ ਦੀ ਭਾਸ਼ਾ 'ਚ ਹੁੰਦਾ ਹੈ, ਵਿਚਾਰ ਨਫ਼ਰਤ ਦੀ ਭਾਸ਼ਾ 'ਚ ਹੁੰਦਾ ਹੈ, ਵਿਚਾਰ ਨਾਸਤਿਕਤਾ ਦੀ ਭਾਸ਼ਾ 'ਚ ਵੀ ਹੁੰਦਾ ਹੈ, ਅਤੇ ਵਿਚਾਰ ਆਸਤਿਕਤਾ ਦੀ ਭਾਸ਼ਾ ਵਿੱਚ ਵੀ ਹੁੰਦਾ ਹੈ। ਅਗਰ ਮਨ ਵਿੱਚ ਪ੍ਰੇਮ ਹੈ ਤਾਂ ਵਿਚਾਰ ਪ੍ਰੇਮ ਦੀ ਭਾਸ਼ਾ 'ਚ ਆ ਜਾਏਗਾ। ਮਨ 'ਚ ਨਫ਼ਰਤ ਹੈ ਕਿਸੇ ਪ੍ਰਤੀ ਅਤੇ ਉਹਦੇ ਪ੍ਰਤੀ ਸਾਡੇ ਮਨ 'ਚ ਵਿਚਾਰ ਨਫ਼ਰਤ ਦੀ ਭਾਸ਼ਾ ਦਾ ਆਏਗਾ, ਆਸਤਿਕਤਾ ਦੀ, ਸ਼ਰਧਾ ਦੀ ਭਾਸ਼ਾ 'ਚ ਹੋਏਗਾ, ਜਾਂ ਨਹੀਂ ਕੁਛ ਵੀ ਤੇ ਨਹੀਂ ਗਾ, ਉਹ ਦੂਜੇ ਤਰੀਕੇ ਚਲਾ ਜਾਏਗਾ। ਵਿਚਾਰ ਦੀ ਭਾਸ਼ਾ ਅਲੱਗ ਹੈ। ਇਸੇ ਕਰਕੇ ਪ੍ਰਭੂ ਦੇ ਨਾਲ ਜੁੜਨ ਵਾਸਤੇ ਜੋ ਭਾਸ਼ਾ ਚਾਹੀਦੀ ਨਾ, ਉਹ ਸਾਡੇ ਹਿੰਦੀ, ਅੰਗਰੇਜ਼ੀ, ਪੰਜਾਬੀ ਨਹੀਂ। ਉੱਥੇ ਭਾਖਿਆ, ਭਾਓ, ਅਪਾਰ, ਉੱਥੇ ਪ੍ਰੇਮ ਦੀ ਭਾਸ਼ਾ ਹੈ। ਆਪਨੇ ਤੇ ਪੜ੍ਹਿਆ ਹੋਣਾ, ਸੱਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਸ਼ਬਦ ਵਿਚਾਰ ਕਰਨਾ ਆਸਾਨ ਹੈ। ਸ਼ਬਦ ਵਿਚਾਰ 'ਚ ਲੱਭਣਾ ਗੁਰੂ ਕੀ ਕਹਿ ਰਹੇ ਨੇ। ਚੌਥੇ ਪਾਤਸ਼ਾਹ ਸਭ ਦੀਆਂ ਸਾਖੀਆਂ 'ਚੋਂ ਜ਼ਿਕਰ ਮਿਲਦਾ ਹੈ। ਅਕਸਰ ਮਹਾਰਾਜ ਆਪਣੇ ਪਿਆਰਿਆਂ ਨੂੰ ਵਾਰਤਕ ਭਾਸ਼ਾ 'ਚ ਕਹਿੰਦੇ ਹੁੰਦੇ ਸੀ, ਗੁਰ ਕਹੈਂ ਕਿਆ ਹਮ ਕਰੈਂ ਕਿਆ। ਇਹ ਖਿਆਲ ਰੱਖਣਾ, ਗੁਰੂਦੇਵ ਕੀ ਕਹਿ ਰਹੇ ਨੇ ਅਤੇ ਅਸੀਂ ਕੀ ਕਰ ਰਹੇ ਹਾਂ। ਕੀ ਸਾਡਾ ਕਰਨਾ ਅਤੇ ਗੁਰੂ ਮਹਾਰਾਜ ਦਾ ਕਹਿਣਾ ਇੱਕ ਲਾਈਨ 'ਚ ਹੈ। ਅਤੇ ਭਾਈ ਸਿੱਖ ਕਰਕੇ ਕੋਸ਼ਿਸ਼ ਕਰੀਏ ਆਪਣੇ ਆਪ ਨੂੰ ਗੁਰੂ ਕਾ ਹੁਕਮ ਤੇ ਬਦਲਣਾ ਨਹੀਂ। ਇਹ ਹੁਕਮ ਤੇ ਕਦੇ ਨਹੀਂ ਬਦਲਦਾ ਨਾ, ਰਾਜੇ ਨਹੀਂ ਬਦਲਦੇ, ਗੁਰੂਦੇਵ ਦਾ ਹੁਕਮ ਕਿੱਥੋਂ ਬਦਲ ਜਾਏਗਾ। ਅਸਾਂ ਨੂੰ ਆਪਣੇ ਆਪ ਨੂੰ ਬਦਲਣਾ ਪੈਣਾ, ਆਪਣੇ ਜੀਵਨ ਢੰਗ ਨੂੰ ਬਦਲਣਾ ਪੈਣਾ। ਸਰੀਰਕ ਢਾਂਚੇ ਨਹੀਂ ਬਦਲਨੇ। ਲੋਕ ਸਰੀਰਕ ਢਾਂਚੇ ਬਦਲ ਕੇ ਸਮਝਦੇ ਨੇ ਅਸੀਂ ਬੜੇ ਧਰਮੀ ਹੋ ਗਏ ਆ। 2-4 ਰੰਗ ਦੇ ਕੱਪੜੇ ਪਾ ਲੈਂਦੇ, ਬਾਜ਼ਾਰ 'ਚੋਂ ਕੋਈ ਸਮਾਨ ਖਰੀਦ ਲੈਂਦੇ ਨੇ, ਸੋਚ ਲੈਂਦੇ ਅਸੀਂ ਤੇ ਬੜੇ ਵੱਡੇ ਧਰਮੀ ਹੋ ਗਏ। ਭਾਈ ਸਰੀਰ ਦੇ ਢਾਂਚੇ ਬਦਲਣ ਦੇ ਨਾਲ ਕੋਈ ਧਰਮੀ ਨਹੀਂ ਹੁੰਦਾ। ਇਹ ਬਾਜ਼ਾਰ 'ਚੋਂ ਖੱਲਾਂ ਖਰੀਦ ਕੇ ਗਧਿਆਂ 'ਤੇ ਸ਼ੇਰਾਂ ਦੀਆਂ ਪਾਈਆਂ ਜਾ ਸਕਦੀਆਂ ਨੇ, ਔਰ ਆਨੰਦਪੁਰ ਦਸ਼ਮੇਸ਼ ਨੇ ਪਾ ਕੇ ਦਿਖਾ ਦਿੱਤੀਆਂ ਸਨ। ਕਿਸੇ ਦੇ ਉੱਤੇ ਕੋਈ ਕੱਪੜਾ ਪਾ ਦਿਓ, ਕੋਈ ਫਰਕ ਨਹੀਂ ਪੈਂਦਾ। ਧੱਕੇ ਚੋਰੀ ਦੇ ਨਾਲ ਕਿਸੇ ਨੂੰ ਜੋ ਮਰਜ਼ੀ ਬਣਾ ਦਿਓ, ਕੋਈ ਫਰਕ ਨਹੀਂ ਪੈਂਦਾ। ਜਦ ਤੱਕ ਸਾਡੇ ਤੁਹਾਡੇ ਵਿਚਾਰ ਨਹੀਂ ਬਦਲਦੇ, ਤਦ ਤੱਕ ਜੀਵਨ ਨਹੀਂ ਬਦਲਦਾ। ਅਤੇ ਅਸੀਂ ਇੱਥੇ ਜੀਵਨ ਬਦਲ ਲਈ ਬੈਠੇ ਹਾਂ। ਹਰ ਰੋਜ਼ ਅਸਾਂ ਆਪਣੇ ਜੀਵਨ ਨੂੰ ਬਦਲਣਾ ਹੈ। ਥੋੜ੍ਹਾ ਇਸੀ ਕਰਕੇ ਕੋਸ਼ਿਸ਼ ਕਰਨੀ ਹੈ ਆਪਣੇ ਆਪ ਨੂੰ ਗੁਰੂ ਕੇ ਵਿਚਾਰ ਦੇ ਮੁਤਾਬਕ ਢਾਲ ਸਕੀਏ। ਕਹਿਣ ਲੱਗੇ ਪਹਿਲੀ ਗੱਲ, ਵਿਚਾਰ ਕਰਿਆ ਕਰੋ, ਸ਼ਬਦ ਵਿਚਾਰ ਕਰਿਆ ਕਰੋ। ਗੁਰੂਦੇਵ ਸ਼ਬਦ ਦੇ ਵਿੱਚ ਕੀ ਕਹਿ ਰਹੇ ਨੇ, ਸਾਨੂੰ ਕਹਿ ਰਹੇ ਨੇ ਜਿਵੇਂ ਅੱਜ ਕਿ ਗੁਰਪੂਰੇ ਚਰਣੀ ਲਾਇਆ, ਹਰ ਸੰਗ ਸਹਾਈ ਪਾਇਆ, ਜੈ ਜਾਈਏ ਤਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ, ਹਰ ਗੁਣ ਗਾਵੋ ਸਦਾ ਸੁਭਾਈ, ਮਨ ਚੰਦੇ ਸਗਲੇ ਫਲ ਪਾਵੋ, ਜੀ ਕੇ ਸੰਗ ਸਹਾਈ। ਇਹਨੂੰ ਕਿਹਨੂੰ ਕੀ ਸਮਝ ਆਏਗਾ ਭਾਈ, ਆਪੋ ਆਪਣਾ। ਅਤੇ ਕੋਸ਼ਿਸ਼ ਕਰੀਏ ਵੀ ਗੁਰੂਦੇਵ ਕਹਿ ਰਹੇ ਨੇ ਕਿ ਭਾਈ ਤੁਸੀਂ ਸੰਸਾਰ 'ਚ ਜਿੱਥੇ ਵੀ ਵਿਚਰਦੇ ਹੋ, ਮੈਂ ਤੁਹਾਡੇ ਨਾਲ ਹਾਂ, ਤੁਸੀਂ ਮੇਰੇ 'ਤੇ ਵਿਸ਼ਵਾਸ ਰੱਖੋ।
ਚਰਨਾਂ ਦੇ ਨਾਲ ਜੁੜ ਕੇ ਰਹੋ। ਚਰਨਾਂ ਨਾਲ ਜੁੜ ਕੇ ਮਤਲਬ ਹੈ ਤੁਸੀਂ ਮੇਰੇ ਨਾਲ ਭਾਵਨਾਤਮਕ ਮੰਡਲ ਦੇ ਨਾਲ ਜੁੜੇ ਰਹੋ। ਜਿਵੇਂ ਅਸੀਂ ਪਰਿਵਾਰ ਨਾਲ ਇੱਕ ਦੂਜੇ ਦੇ ਨਾਲ ਭਾਵਨਾਤਮਕ ਮੰਡਲ ਨਾਲ ਜੁੜੇ ਹੁੰਦੇ ਹਾਂ, ਤਾਂ ਕਿਤੇ ਦੇਸ਼ ਪ੍ਰਦੇਸ਼ ਹੋਵੇ ਅਸੀਂ ਉਹਦੀ ਮਦਦ ਵਾਸਤੇ ਖੜੇ ਹੁੰਦੇ ਇੱਕ ਦੂਜੇ ਦੇ ਕੋਲ। ਭਾਵੇਂ ਹਜ਼ਾਰਾਂ ਮੀਲ 'ਤੇ ਹੋਈਏ, ਅਸੀਂ ਇੱਕ ਦੂਜੇ ਦੀ ਮਦਦ ਲਈ ਖੜੇ ਹਾਂ। ਇਸੇ ਤਰ੍ਹਾਂ ਭਾਵ ਰੱਖੀਏ ਕਿ ਗੁਰੂਦੇਵ ਵੀ ਮੇਰੀ ਮਦਦ ਲਈ ਖੜੇ ਨੇ। ਮੈਂ ਜਿੱਥੇ ਵੀ ਜਾਵਾਂ ਗੁਰੂ ਮੇਰੇ ਅੰਗ ਸੰਗ ਨੇ। ਬੜਾ ਪਿਆਰਾ ਇੱਕ ਦਾਰਸ਼ਨਿਕ ਨੁਕਤਾ ਸਾਨੂੰ ਸਮਝ ਆਉਂਦਾ ਹੈ। ਭਾਈ ਸਾਹਿਬ ਕਦੇ ਕਦੇ ਕਹਿੰਦੇ ਸੀ, ਅਸੀਂ ਕਹਿੰਦੇ ਗੁਰੂ ਅੰਗ ਸੰਗ ਹੈ, ਅਤੇ ਗੁਰੂ ਦੇ ਅੰਗ ਸੰਗ ਬਣਨ ਵਾਸਤੇ ਇੱਕ ਦਾਰਸ਼ਨਿਕ ਨੁਕਤਾ ਸਮਝ ਲਈਏ। ਅਸੀਂ ਕਹਿੰਦੇ ਮੇਰਾ ਹੱਥ ਮੇਰਾ ਸਰੀਰ ਦਾ ਅੰਗ ਹੈ। ਆਪਾਂ ਇੱਦਾਂ ਹੀ ਕਹਿੰਦੇ ਨਾ ਕਿ ਮੇਰਾ ਪੈਰ ਮੇਰੇ ਸਰੀਰ ਦਾ ਅੰਗ ਹੈ, ਮੇਰਾ ਹੱਥ ਮੇਰੇ ਸਰੀਰ ਦਾ ਅੰਗ ਹੈ। ਸਮਝ ਆਈ? ਜਿੰਨਾ ਚਿਰ ਅੰਗ ਸਰੀਰ ਦੇ ਨਾਲ ਜੁੜਿਆ ਹੈ ਉਨਾ ਚਿਰ ਹੀ ਸਰੀਰ ਦਾ ਸੰਗ ਹੈ ਨਾ। ਅਤੇ ਜੇ ਕਿਸੇ ਕਾਰਨ ਅੰਗ ਸਰੀਰ ਤੋਂ ਕੱਟ ਜਾਏ ਤਾਂ ਫਿਰ ਸਰੀਰ ਦਾ ਸੰਗ ਨਹੀਂ ਰਿਹਾ ਨਾ। ਕਿਤੇ ਕਿਤੇ ਗਾਹੇ ਬਗਾਏ ਸੰਸਾਰਿਕ ਐਕਸੀਡੈਂਟ ਹੋ ਜਾਂਦੇ ਨੇ, ਲੱਤ ਬਾਂਹ ਕੱਟ ਜਾਂਦੀ ਹੈ, ਅੰਗ ਤੇ ਬਰਕਰਾਰ ਹੁੰਦਾ ਨਾ, ਟੇਬਲ 'ਤੇ ਰੱਖਿਆ ਹੁੰਦਾ ਡਾਕਟਰ ਨੇ, ਪਰ ਉਦੋਂ ਉਹਨੂੰ ਸਰੀਰ ਦਾ ਸੰਗ ਨਹੀਂ ਮਿਲਿਆ ਹੁੰਦਾ। ਅਤੇ ਜਦੋਂ ਸਰੀਰ ਦੇ ਸੰਗ ਤੋਂ ਅੰਗ ਕੱਟਦਾ ਹੈ ਤਾਂ ਅੰਗ ਮਰ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਗੁਰੂ ਕਾ ਅੰਗ ਬਣ ਕੇ ਰਹੀਏ ਅਤੇ ਗੁਰੂ ਸੰਗ ਬਣ ਕੇ ਰਹਿਣਗੇ। ਅੰਗ ਦਾ ਮਤਲਬ ਹੈ ਜੁੜੇ ਰਹੀਏ। ਜੁੜ ਕੇ ਰਹਾਂਗੇ ਤੇ ਗੁਰੂ ਕਾ ਸੰਗ ਮਿਲ ਜਾਏਗਾ। ਜੇ ਜੁੜ ਕੇ ਨਾ ਰਹੇ ਤੇ ਫਿਰ ਸੁੱਕ ਜਾਵਾਂਗੇ, ਟੁੱਟ ਜਾਵਾਂਗੇ, ਮਰ ਜਾਵਾਂਗੇ, ਸੜ ਜਾਵਾਂਗੇ। ਇਸੇ ਤਰ੍ਹਾਂ ਜੀਵਨ ਗਰਕ ਹੋ ਰਹੇ ਨੇ ਬਹੁਤ ਲੋਕਾਂ ਦੇ, ਜਿਹੜੇ ਗੁਰੂ ਤੋਂ ਟੁੱਟ ਗਏ ਨੇ, ਗੁਰਮਤਿ ਤੋਂ ਟੁੱਟ ਗਏ ਨੇ, ਗੁਰੂ ਸ਼ਬਦ ਤੋਂ ਟੁੱਟ ਗਏ ਨੇ। ਜੀ ਤੇ ਰਹੇ ਨੇ ਪਰ ਹੌਲੀ ਹੌਲੀ ਸਲੋ ਡਾਊਨ ਗਲ ਰਹੇ ਨੇ, ਜਿਹਨੂੰ ਛੈ ਹੋਣਾ ਕਹਿੰਦੇ ਨੇ। ਪਹਿਲੀ ਵਿਚਾਰ ਅਸੀਂ ਕਰੀਏ ਕਿ ਗੁਰੂ ਮੇਰੇ ਨਾਲ ਹੈ। ਅਸੀਂ ਪੜ੍ਹ ਲੈਨੇ, ਵਿਸ਼ਵਾਸ ਕਰ ਲਈਏ, ਸਦਾ ਅੰਗ ਸੰਗੇ ਆਪੰਗੰ ਵਿਭੂਤੇ। ਪੜ੍ਹ ਲੈਨੇ ਆ, ਇਸ ਨੂੰ ਸਮਝ ਲਈਏ। ਡਿੱਠਾ ਮੁਕਤ ਨਾ ਹੋਵੇ, ਇੱਕ ਵਿਸ਼ਵਾਸ ਰੱਖੀਏ। ਉਹ ਦੇਖਣ ਦੇ ਨਾਲ ਮੁਕਤੀ ਨਹੀਂ, ਦੇਖਣ ਦੇ ਨਾਲ ਥੋੜ੍ਹੇ ਭਾਵ ਬਦਲਦੇ ਨੇ, ਇਹ 'ਚ ਕੋਈ ਦੋ ਰਾਏ ਨਹੀਂ। ਦੇਖਣ ਦੇ ਨਾਲ ਸਮੇਂ ਦੇ ਮੁਤਾਬਕ ਦੇਖਣ ਦੀਆਂ ਅਵਸਥਾਵਾਂ ਬਦਲਦੀਆਂ ਨੇ, ਔਰ ਹਰ ਦੇਖਣ ਵਾਲੇ ਦੀ ਅਵਸਥਾ ਆਪਣੀ ਆਪਣੀ ਹੁੰਦੀ ਹੈ। ਉਹ ਦਰਸ਼ਨ ਅਲੱਗ ਬਾਤ ਹੈ ਕਿ ਦਰਸ਼ਨ ਦੀ ਵਿਆਖਿਆ ਅਸੀਂ ਕਰਦੇ ਹਾਂ ਵੀ ਪਹਿਲੀ ਵਾਰ ਅਗਰ ਕੋਈ ਦੇਖਦਾ ਹੈ ਤਾਂ ਉਹਨਾਂ ਦੇਖਣ ਦੇ ਵਿੱਚ ਕੀ ਭਾਵ ਹੈ, ਅਤੇ ਦੇਖਣ ਵਾਲੇ ਮਨੁੱਖ ਦੇ ਅੰਦਰ ਕਿਹੋ ਜਿਹੇ ਭਾਵ ਨੇ, ਉਹੋ ਜਿਹਾ ਇਸ ਨੂੰ ਲਾਭ ਮਿਲਦਾ ਹੈ। ਐਸੇ ਪਿਆਰੇ ਵੀ ਨੇ ਜੋ ਪਹਿਲੀ ਵਾਰ ਦੇਖਦੇ ਨੇ ਅਤੇ ਸੁੱਧ ਬੁੱਧ ਖੋ ਬੈਠਦੇ ਨੇ। ਗੱਲ ਅਸਲ ਦੇਖਣਾ ਨਹੀਂ, ਗੱਲ ਦਰਅਸਲ ਆਪਣੇ ਭਾਵਾਂ ਦੀ ਨਿਰਮਲਤਾ ਹੈ। ਸ਼ਾਇਦ ਇਸੇ ਕਰਕੇ ਗੁਰਬਾਣੀ ਵਿੱਚ ਇੱਕ ਬੜਾ ਪਿਆਰਾ ਜਿਹਾ ਸਰੂਪ ਵਰਤਿਆ ਗਿਆ ਹੈ। ਆਪਨੇ ਤੇ ਪਾਠ ਕਰਦਿਆਂ ਇਸ ਭੇਤ ਨੂੰ ਜਾਣਿਆ ਹੋਣਾ। ਦੇਖਣਾ ਤੇ ਪੇਖਣਾ, ਗੁਰਬਾਣੀ ਪੜ੍ਹਨ ਪਤਾ ਨਾ, ਪੇਖਣ ਕਹੋ ਤੇ ਦੇਖਣ ਕਹੋ, ਸ਼ਬਦ ਦੋਨੋਂ ਗੁਰਬਾਣੀ 'ਚ ਮਿਲਦੇ ਨੇ, ਪੇਖਣਾ ਤੇ ਦੇਖਣਾ। ਪਰ ਦੋਵਾਂ ਦੇ ਭਾਵਾਂ 'ਚ ਦਾਰਸ਼ਨਿਕ ਲੋਕ ਫਰਕ ਮੰਨਦੇ ਨੇ। ਦੇਖਣਾ ਹੈ ਜਿਵੇਂ ਆਪਾਂ ਇੱਕ ਦੂਜੇ ਨੂੰ ਦੇਖ ਰਹੇ ਹਾਂ, ਭਾਈ ਇਹ ਡਿੱਠਾ ਹੈ, ਦੇਖਿਆ ਠੀਕ ਹੈ, ਪਰ ਪੇਖਣ ਲੱਗਿਆ ਅਵਸਥਾ ਹੁੰਦੀ ਹੈ, ਇਹ ਨੇਤਰ ਖੁੱਲ੍ਹੇ ਨਾ ਹੋਣ ਤਦ ਵੀ ਦੇਖਿਆ ਜਾਏ। ਗੁਰੂ ਦੇ ਦੀਦਾਰ ਉਹ ਨੇ ਜੋ ਨੇਤਰ ਬੰਦ ਹੋਣ 'ਤੇ ਵੀ ਹੋਣ। ਆਪਾਂ ਕਦੇ ਕਦੇ ਵੇਖਿਆ ਹੋਣਾ ਅਭਿਆਸੀਆਂ ਨੂੰ, ਜਿਹੜੇ ਸੰਗਤੀ ਅਭਿਆਸੀ ਪ੍ਰਪੱਕ ਨੇ, ਕੀਰਤਨ ਹੋ ਰਿਹਾ ਹੁੰਦਾ ਹੈ, ਮੰਨ ਲਓ ਕੀਰਤਨ ਦੇ ਵਿੱਚ ਦਰਸ਼ਨ ਦੀ ਮੰਗ ਦਾ ਸ਼ਬਦ ਕੀਰਤਨੀਆਂ ਰਾਗ ਲੈ ਤਾਲ ਵਿੱਚ ਬੜੇ ਆਨੰਦ ਵਿੱਚ ਪੜ੍ਹ ਰਹੇ ਨੇ, ਦਰਸ਼ਨ ਦੇ ਭਾਵ ਦੇ ਸ਼ਬਦ ਹੈ, ਅਤੇ ਪਿਆਰੇ ਸਰੋਤੇ ਕੀ ਕਰ ਰਹੇ ਹੁੰਦੇ ਨੇ, ਹੱਥ ਜੁੜੇ ਹੁੰਦੇ ਨੇ, ਦਰਸ਼ਨ ਕਹੋ, ਗੱਲਾਂ ਦਰਸ਼ਨ ਦੀਆਂ ਹੋ ਰਹੀਆਂ ਹੁੰਦੀਆਂ ਨੇ ਅਤੇ ਅੱਖਾਂ ਬੰਦ ਹੋ ਰਹੀਆਂ ਹੁੰਦੀਆਂ ਉਹਨਾਂ ਦੀਆਂ, ਨੇਤਰ ਉਹਨਾਂ ਦੇ ਬੰਦ ਹੋ ਰਹੇ ਹੁੰਦੇ ਨੇ, ਭਾਵ ਗਹਿਰੇ ਹੋ ਰਹੇ ਨੇ, ਅਤੇ ਤੁਕਾਂ ਰਸਨਾ 'ਤੇ ਹੁੰਦੀਆਂ ਨੇ ਦਰਸ਼ਨ ਦੀ। ਜੇ ਖੋਲ ਕੇ ਵਾਰ ਤੇਰੇ ਦਰਸ਼ਨ ਦੀ ਚਾਹਤ, ਇਹੋ ਜਿਹੀਆਂ ਭਾਵਨਾਤਮਕ ਤੁਕਾਂ ਹੁੰਦੀਆਂ ਨੇ, ਪਰ ਨੇਤਰ 'ਤੇ ਬੰਦ ਕਰੀ ਜਾਂਦੇ ਨੇ, ਹੌਲੀ ਹੌਲੀ ਆਪੇ ਹੀ ਬੰਦ ਹੋ ਜਾਂਦੇ ਨੇ। ਅਤੇ ਜੇ ਕੋਈ ਗਿਆਨੀ ਪੁੱਛ ਲਏ ਵੀ ਨੇਤਰ 'ਤੇ ਬੰਦ ਕਰੀ ਜਾਣਾ, ਦੇਖੇਗਾ ਕੀ? ਫਿਰ ਉਹ ਜਵਾਬ ਹੋਏਗਾ, ਭਾਈ ਗੁਰਦੇਵ ਦੇ ਦਰਸ਼ਨਾਂ ਵਾਸਤੇ ਇਹਨਾਂ ਮੋਟੀਆਂ ਖੁੱਲ੍ਹੀਆਂ ਨੇਤਰਾਂ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਹੈ। ਉਹ ਫਿਰ ਹੈ, ਉਹ ਅਲੱਗ ਚੀਜ਼ ਹੈ, ਉਹ ਇੱਕ ਅਨੁਭਵ। ਇਸੇ ਕਰਕੇ ਅੰਮ ਤੋਂ ਉਹਨੂੰ ਅਨੁਭਵ ਕਹਿੰਦੇ ਨੇ। ਉਹ ਅਨੁਭਵ ਪ੍ਰਕਾਸ਼ ਹੈ, ਉਹ ਸਾਡੇ ਅਨੁਭਵ ਦੇ ਵਿੱਚ ਪ੍ਰਕਾਸ਼ ਹੋਣਾ ਹੈ। ਅਨੁਭਵ ਪ੍ਰਕਾਸ਼ ਮਤੋਜ ਕਹੀਜੇ ਇਹਨੂੰ ਕਹਿੰਦੇ ਨੇ। ਕਹਿੰਦੇ ਕਿ ਉਹ ਵਿਚਾਰ ਕਰੀਏ। ਵਿਚਾਰ ਕੀਤਿਆਂ ਕੀ ਹੋਏਗਾ ਜੀ? ਪਹਿਲੀ ਗੱਲ, ਹਉਮੈ ਮੈਲ ਨਾ ਚੁਕਈ, ਨਾਮ ਨ ਲੱਗੈ ਪਿਆਰ। ਜਿੰਨਾ ਚਿਰ ਹਉਮੈ ਦੀ ਮੈਲ ਸਾਡੇ ਅੰਦਰ ਹੈ,
ਉਹਨਾਂ ਚਿਰ ਨਾਮ ਦੇ ਨਾਲ ਪਿਆਰ ਨਹੀਂ ਲੱਗਣਾ। ਤੇ ਵਿਚਾਰ ਦੇ ਸਦਕੇ ਆਪਣੇ ਹਉਮੈ ਦੀ ਮੈਲ ਨੂੰ ਧੋਤਾ ਜਾਂਦਾ ਹੈ। ਵਿਚਾਰ ਇਹਨਾਂ ਕੰਮ ਕਰਦਾ ਹੈ। ਆ ਜਿਹੜੇ ਵਿਚਾਰ ਅਸਾਂ ਤੁਸਾਂ ਗ੍ਰਹਿਣ ਕਰਨੇ ਨੇ, ਅਕਸਰ ਸੁਣਦੇ ਕਹਿੰਦੇ ਪੜ੍ਹਦੇ ਹਾਂ, ਇਹਦੇ ਨਾਲ ਸਾਡੇ ਹਉਮੈ ਨੂੰ ਉਤਾਰਿਆ ਜਾ ਸਕਦਾ। ਅਸੀਂ ਪੜ੍ਹਦੇ ਸੁਣ ਹਰ ਕਥਾ ਉਤਾਰੀ ਮੈਲ, ਬਿਨ ਜਾਹੇ ਹਉਮੈ ਬਿਖ ਫੈਲ। ਸੁਣ ਕੇ ਵਿਚਾਰ ਦੇ ਨਾਲ ਸੰਬੰਧਿਤ ਹੋਇਆਂ ਸਾਡੇ ਅੰਦਰ ਦੀ ਹਉਮੈ ਦੀ ਮੈਲ ਉਤਰ ਸਕਦੀ ਹੈ। ਜਦੋਂ ਅਸੀਂ ਇੱਕ ਦੂਜੇ ਨੂੰ ਕਹਿੰਦੇ ਭਾਈ ਮੈਂ ਮੇਰੀ ਦੇ ਪ੍ਰਭਾਵ ਤੋਂ ਬਚ ਜੋ, ਨਿੰਦਾ ਚੁਗਲੀ ਦੇ ਪ੍ਰਭਾਵ ਤੋਂ ਬਚ ਜੋ, ਤੇ ਭਾਈ ਕੁਛ ਅਸਰ ਤੇ ਭਾਵੇਂ ਟੈਂਪਰੇਰੀ ਸਹੀ, ਕੁਝ ਸਮੇਂ ਲਈ ਤੇ ਅਸਰ ਪੈਂਦਾ ਹੈ ਨਾ। ਠੀਕ ਹੈ, ਹਉਮੈ ਫਿਰ ਮੋੜ ਕੇ ਇਸ ਨੂੰ ਉੱਥੇ ਖੜਾ ਕਰ ਦਿੰਦੀ ਹੋਏਗੀ, ਪਰ ਟੈਂਪਰੇਰੀ ਸਹੀ, ਕੁਝ ਸਮੇਂ ਲਈ ਤੇ ਮਨ ਕਹਿੰਦਾ ਵੀ ਆ ਵਾਕਈ ਆਈ ਹਉਮੈ ਤੋਂ ਤੇ ਬਚਣਾ ਚਾਹੀਦਾ ਹੈ। ਤੇ ਜਿਤਨਾ ਸਮਾਂ ਲਈ ਮਨ ਮੁੜਦਾ ਹੈ, ਉਤਨਾ ਸਮਾਂ ਭਾਵੇਂ ਫਿਊ ਸਕਿੰਟ ਹੀ ਹੋਣ, ਉਤਨਾ ਸਮਾਂ ਤੇ ਹਉਮੈ ਤੋਂ ਬਚ ਜਾਂਦਾ ਹੈ ਨਾ। ਕਿਉਂਕਿ ਇਸ ਤਰ੍ਹਾਂ ਵਿਚਾਰ ਦੇ ਨਾਲ ਹਉਮੈ ਦੇ ਪ੍ਰਭਾਵ ਤੋਂ, ਹਉਮੈ ਦੀ ਬੁਰਾਈ ਤੋਂ, ਹਉਮੈ ਦੀ ਮੈਲ ਤੋਂ ਬਚੀਦਾ ਹੈ। ਤੇ ਸਿਆਣੇ ਤੇ ਮੰਨਦੇ ਨੇ ਗੁਰਬਾਣੀ ਪੜ੍ਹਨ ਸੁਣਨ ਵਾਲੇ ਕਿ ਬਾਰ-ਬਾਰ ਅਗਰ ਵਿਚਾਰ ਨੂੰ ਗ੍ਰਹਿਣ ਕਰਦੇ ਹਾਂ ਤੇ ਫਿਰ ਹਉਮੈ ਦੀ ਮੈਲ ਉਤਰ ਜਾਂਦੀ ਹੈ, ਇੱਕ ਦਿਨ ਕੱਟ ਵੀ ਜਾਏਗੀ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਇਹ ਜਾਣੀਏ ਹਉਮੈ ਮੈਲ ਲੇਕਿਨ ਨਾ ਚੁੱਕਈ। ਜੇ ਕੇਵਲ ਦੇਖਣ ਦੇ ਨਾਲ ਹੁੰਦਾ ਤੇ ਹਉਮੈ ਦੀ ਮੈਲ ਥੋੜ੍ਹਾ ਚੁੱਕਦੀ, ਸਗੋਂ ਵੱਧ ਜਾਂਦੀ। ਮੈਂ ਤੇ ਬੜੇ ਦਰਸ਼ਨ ਕੀਤੇ ਨੇ। ਅੱਜ ਖਿਮਾ ਕਰਨਾ, ਸਾਡੇ ਵਿੱਚ ਇੱਕ ਤਬਕਾ ਹੁੰਦਾ ਹੈ, ਅਸਾਂ ਤੁਸਾਂ ਸਾਰੇ 'ਚੋਂ ਅੰਸ਼ਾਤਮਕ ਹੈਗਾ ਹੈ, ਪਰਸੈਂਟੇਜ ਹਰ ਮਨੁੱਖ ਦੇ ਅੰਦਰ ਉਹਦੀ ਹੈਗੀ ਹੈ। ਦੇਖੋ ਜੀ, ਮੈਂ ਤੇ ਰੋਜ਼ ਦਰਸ਼ਨ ਕਰਨ ਜਾਂਦਾ, ਇਹ ਹਉਮੈ ਨੂੰ ਜਨਮ ਦਿੰਦਾ ਹੈ। ਜਦੋਂ ਇਹ ਖਿਆਲ ਅਸੀਂ ਕਿਸੇ ਆਪਣੇ ਪਰਿਵਾਰ ਦੇ ਜੀ ਤੇ ਦੱਸ ਰਹੇ ਦਬਾਅ ਪਾ ਕੇ, ਦੇਖੋ ਜੀ ਮੈਨੂੰ ਤੇ ਇੰਨੇ ਸਾਲ ਹੋ ਗਏ, ਮੈਂ ਤੇ ਨਾਗਾ ਨਹੀਂ ਕੀਤਾ ਕਦੇ, ਮੀਂਹ ਜਾਏ ਹਨੇਰੀ ਜਾਏ ਮੈਂ ਤੇ ਜ਼ਰੂਰ ਜਾਂਦਾ। ਤੇ ਸੁਣੇ ਹਉਮੈ ਨੂੰ ਜਨਮ ਮਿਲ ਰਿਹਾ ਹੁੰਦਾ ਹੈ। ਉਦੋਂ ਹਉਮੈ ਪ੍ਰਗਾੜ ਹੋ ਰਹੀ ਹੈ, ਉਦੋਂ ਹਉਮੈ ਸਾਡੀ ਮਜ਼ਬੂਤ ਹੋ ਰਹੀ ਹੈ। ਦੇਖਦੇ ਰੋਜ਼ ਹਾਂ, ਸੁਣਦੇ ਵੀ ਰੋਜ਼ ਹਾਂ, ਪਰ ਹਉਮੈ ਦੀ ਮੈਲ ਨਾ ਚੁੱਕਈ। ਹਉਮੈ ਦੀ ਮੈਲ ਨਹੀਂ ਜਾ ਰਹੀ, ਤੇ ਜਿੰਨਾ ਚਿਰ ਹਉਮੈ ਦੀ ਮੈਲ ਨਹੀਂ ਜਾਏਗੀ ਉਹਨਾਂ ਚਿਰ ਨਾਮ ਦੇ ਨਾਲ ਪ੍ਰੇਮ ਨਹੀਂ ਪਏਗਾ। ਕਿਉਂਕਿ ਹਉਮੈ ਤੇ ਨਾਵੇਂ ਦਾ ਵੱਟ ਵਿਰੋਧ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ। ਜੇ ਸਾਡੇ ਅੰਦਰ ਹਉਮੈ ਹੈ, ਜਿਵੇਂ ਅੰਧਕਾਰ ਤੇ ਪ੍ਰਕਾਸ਼ ਇਕੱਠੇ ਨਹੀਂ ਰਹਿ ਸਕਦੇ। ਜੇ ਅੰਧਕਾਰ ਹੈ ਤੇ ਫਿਰ ਪ੍ਰਕਾਸ਼ ਨਹੀਂ ਹੈ, ਜੇ ਪ੍ਰਕਾਸ਼ ਹੈ ਤੇ ਅੰਧਕਾਰ ਨਹੀਂ ਹੈ। ਹਉਮੈ ਹੈ ਤੇ ਨਾਮ ਨਹੀਂ ਹੈ, ਨਾਮ ਹੈ ਤੇ ਹਉਮੈ ਨਹੀਂ ਹੈ। ਦੋ ਚੀਜ਼ਾਂ 'ਚੋਂ ਇੱਕ ਹੀ ਪੁਰਾਣਾ ਮੁਹਾਵਰਾ ਕਿ ਕਿਮਾਨ 'ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਮਹਾਰਾਜ ਕਹਿ ਲੱਗੇ ਹਉਮੈ ਮੈਲ ਨਾ ਚੁੱਕੇ, ਨਾਮ ਲੱਗੇ ਪਿਆਰ। ਕੀ ਕਰੀਏ ਫਿਰ? ਕਹਿ ਲੱਗੇ ਅਸਾਂ ਸਭ ਕੁਛ ਇੱਦਾਂ ਨਹੀਂ ਕਰਨਾ। ਆਪਣੇ ਆਪ ਨੂੰ, ਆਪਣੇ ਅਹੰਗ ਨੂੰ ਤੋੜੋ, ਅਹੰਗ ਤੋੜੋ, ਮੁਖ ਜੋੜੋ। ਇੱਕ ਆਪੇ ਬਖਸ਼ ਮਿਲਾਈ ਹਨ। ਜਦੋਂ ਕੋਈ ਆਪਣਾ ਤਿਆਗ ਕੇ ਟੁੱਟ ਕੇ ਚਰਨਾਂ 'ਚ ਢਹਿ ਪੈਂਦਾ, ਮਹਾਰਾਜ ਬਖਸ਼ ਲਓ। ਰਾਜਗੱਦੀ ਦਾ ਮਾਣ, ਵਿਦਿਆ ਦਾ ਮਾਣ, ਧਨ ਦਾ ਮਾਣ, ਯੋਬਨ ਦਾ ਮਾਣ, ਪ੍ਰਭਤਾ ਦਾ ਮਾਣ ਛੱਡ ਕੇ ਟੁੱਟ ਕੇ ਗੁਰਚਰਨਾਂ 'ਚ ਢਹਿ ਪੈਂਦਾ ਏ। ਤੇ ਫਿਰ ਇੱਕ ਦਾ ਭਾਵ ਹੈ ਕਈ, ਇਕਨਾਂ ਨੂੰ, ਕਈਆਂ ਨੂੰ ਆਪੇ ਬਖਸ਼ ਮਿਲਾਇਨ, ਕਈਆਂ ਨੂੰ ਆਪੇ ਬਖਸ਼ਿਸ਼ ਕਰਕੇ ਮਿਲਾ ਲੈਂਦੇ ਨੇ। ਦੇਖੋ ਨਾ ਕੀ ਕੀਤਾ ਹੈ, ਅੱਜ ਉਹਨਾਂ ਨੂੰ ਬਖਸ਼ਿਸ਼ ਮਿਲੀ, ਆਖਰ ਅਸੀਂ ਕੀ ਕਰੀਏ ਤਾਂ ਕਿ ਸਾਨੂੰ ਵੀ ਬਖਸ਼ਿਸ਼ ਮਿਲੇ। ਕਹਿਣ ਲੱਗੇ ਦੁਬਦਾ ਤਜ, ਤੇ ਦੁਬਦਾ ਛੱਡ ਦੇ। ਇਸ ਮੁਕਾਮ ਤੇ ਆਦਾ ਵੀ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਗਾ। ਮੈਂ ਮੈਲਾ ਹਾਂ, ਬੁਰਾ ਹਾਂ, ਭਲਾ ਹਾਂ, ਜੈਸਾ ਵੀ ਮਹਾਰਾਜ ਤੇਰਾ ਹਾਂ। ਅਸੀਂ ਕਦੇ ਕਦੇ ਪੜ੍ਹਦੇ ਹਾਂ ਤੁਕ ਇੱਕ, ਬੁਰੇ ਭਲੇ ਹਮ ਥਾਰੇ। ਸੱਚੇ ਪਾਤਸ਼ਾਹ ਜੈਸੇ ਵੀ ਹਾਂ ਤੁਹਾਡੇ ਹੀ ਹਾਂ। ਤੇ ਫਿਰ ਅਗਲੇ ਕਿਰਪਾ ਹੁੰਦੀ, ਪ੍ਰਭ ਜੀਓ ਖਸਮਾਨਾ ਕਰ ਪਿਆਰੇ। ਜਿਹੜੇ ਦੁਬਿਧਾ ਤਿਆਗ ਦਿੰਦੇ ਨੇ, ਟੁੱਟ ਕੇ ਚਰਣੀ ਪੈ ਜਾਂਦੇ ਨੇ, ਉਹਨਾਂ ਨੂੰ ਫਿਰ ਆਪ ਬਖਸ਼ਿਸ਼ ਕਰ ਦਿੰਦੇ ਨੇ। ਮਹਾਰਾਜ ਕਹਿਣ ਲੱਗੇ ਦੁਬਿਧਾ ਤਜ ਵਿਕਾਰ ਨਾਨਕ, ਇੱਕ ਦਰਸ਼ਨ ਦੇਖ ਮਰ ਮਿਲੇ। ਇੱਕ ਉਹ ਨੇ, ਕਈ ਉਹ ਨੇ ਜੋ ਦਰਸ਼ਨ ਦੇਖੇ ਤੇ ਮਰ ਗਏ। ਇੱਥੇ ਮਰ ਗਏ ਦਾ ਭਾਵਨਾ ਆਪਾ ਮੁੱਕੀ ਗਿਆ। ਮੈਂ ਕੁਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਦਰਸ਼ਨ ਦੇਖ ਮਰ ਮਿਲੇ, ਸਤਿਗੁਰ ਹੇਤ ਪਿਆਰ। ਪਰ ਦਰਅਸਲ ਕੀਮਤ ਹੈ ਵਿਚਾਰਾਂ ਦੀ ਨਹੀਂ, ਕੀਮਤ ਗਿਆਨ ਦੀ ਨਹੀਂ, ਕੀਮਤ ਬਹੁਤ ਦੁਨੀਆ ਦੀ ਦਲੀਲਾਂ ਦੀ ਨਹੀਂ, ਕੀਮਤ ਹੈ ਗੁਰ ਭਾਵਨਾ ਦੀ, ਗੁਰੂ ਦੇ ਪ੍ਰਤੀ ਪ੍ਰੇਮ ਦੀ। ਪ੍ਰੇਮ ਦੇ ਵਿੱਚ ਆ ਕੇ ਕਿਤਨਾ ਅਸੀਂ ਸਮਰਪਿਤ ਹੋ ਜਾਂਦੇ ਹਾਂ, ਆਪਾਂ ਤਿਆਗ ਕੇ ਗੁਰਚਰਨਾਂ 'ਚ ਟਿਕ ਜਾਂਦੇ ਹਾਂ, ਬਸ ਉੱਥੇ ਬਖਸ਼ਿਸ਼ ਵਰਤ ਜਾਂਦੀ। ਗੁਰਦੇਵ ਕਿਰਪਾ ਕਰਨ। ਅਸੀਂ ਦੇਖਦੇ ਹਾਂ ਇਹ ਭਾਗਾਂ ਦੀ ਖੇਡ ਹੈ।
बैठे हाँ ये कर्मां की खेड है, पर कितना असीं प्रेम कर पवांगे अपने आकड़ नूं, अपनी हौ नूं, अपनी मैं नूं, अपनी प्रतिभा नूं, अपने रुतबे नूं त्याग सकांगे, छड्ड दईए मैं सब कुछ छोड़ प्रभ तू ही त्याज मुकाम ते आ जाएंगे। तो अगली गल सुते सिद्ध वरत जाएगी, सानू मुक्त कर देगा बंधना तो, ईरखा निंदा चुगली के बंधना तो आज़ाद कर देंगे। इतने को बचन प्रवान करना, भुल चुक दी खिमा, आसीस ते प्यार देने फतेह बुलावना। वाहिगुरू जी का खालसा, वाहिगुरू जी की फतेह।